ਵਾਹਿਗੁਰੂ ਸਾਹਿਬ ਜੀਓ। 12 ਮਹਾ ਮਾਝ ਮਹਲਾ ਪੰਜਵਾਂ। ਘਰ ਚੌਥਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਕਤਿਕ ਕਰਮ ਕਮਾਵਣੇ, ਦੋਸ਼ ਨ ਕਾਹੂੰ ਜੋਗ। ਪਰਮੇਸ਼ਰ ਤੇ ਭੁੱਲਿਆਂ, ਵਿਆਪਨ ਸਭੇ ਰੋਗ। ਕਤਿਕ ਕਰਮ ਕਮਾਵਣੇ, ਦੋਸ਼ ਨ ਕਾਹੂੰ ਜੋਗ। ਪਰਮੇਸ਼ਰ ਤੇ ਭੁੱਲਿਆਂ, ਵਿਆਪਨ ਸਭੇ ਰੋਗ। ਵਿਮੁਖ ਹੋਏ ਰਾਮ ਤੇ, ਲਗਨ ਜਨਮ ਵਿਜੋਗ। ਖਿਨ ਮਹਿ ਕੌੜੇ ਹੋਏ ਗਏ, ਜਿਤੜੇ ਮਾਇਆ ਭੋਗ। ਵਿਚ ਨਾ ਕੋਈ ਕਰ ਸਕੈ, ਕਿਸ ਥੈਂ ਰੋਵਹਿ ਰੋਜ। ਕੀਤਾ ਕਿਛੂ ਨ ਹੋਵਈ, ਲਿਖਿਆ ਧੁਰ ਸੰਜੋਗ। ਵੱਡ ਭਾਗੀ ਮੇਰਾ ਪ੍ਰਭ ਮਿਲੈ, ਤਾਂ ਉਤਰਹਿ ਸਭ ਬਿਯੋਗ। ਨਾਨਕ ਕਉ ਪ੍ਰਭ ਰਾਖ ਲੇ, ਮੇਰੇ ਸਾਹਿਬ ਬੰਦੀ ਮੋਚ। ਕਤਿਕ ਹੋਵੈ ਸਾਧ ਸੰਗ, ਬਿਨਸਹਿ ਸਭੇ ਸੋਚ। ਨਾਨਕ ਕਉ ਪ੍ਰਭ ਰਾਖ ਲੇ, ਮੇਰੇ ਸਾਹਿਬ ਬੰਦੀ ਮੋਚ। ਕਤਿਕ ਹੋਵੈ ਸਾਧ ਸੰਗ, ਬਿਨਸਹਿ ਸਭੇ ਸੋਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼। ਸ਼ਾਮ ਸਮੇਂ ਸੰਗਤ ਦੇ ਨਾ ਭਲਾਂ ਨੂੰ ਅਸੀਂ ਪ੍ਰਾਪਤ ਕੀਤਾ ਹੈ, ਮਾਣ ਰਹੇ ਹਾਂ। ਵਿਚਾਰ ਵਾਸਤੇ ਜੋ ਰਚਨਾ ਆਪ ਸਰਵਨ ਕਰ ਰਹੇ ਸੀ, ਇਹ 12ਵਾਂ ਮਾਝ ਰਾਗ ਦਾ ਉਪਦੇਸ਼ ਹੈ। ਗੁਰੂ ਅਰਜਨ ਸਾਹਿਬ ਇਹਨੂੰ ਉਚਾਰ ਰਹੇ ਨੇ, ਕਿਉਂਕਿ ਅੱਜ ਤੋਂ ਦੇਸੀ ਮਹੀਨਿਆਂ ਦੀ ਵੰਡ ਮੁਤਾਬਕ ਕੱਤੇ ਦਾ ਮਹੀਨਾ ਆ, ਜਿਸ ਨੂੰ ਬਾਣੀ ਵਿੱਚ ਕੱਤਕ ਲਿਖਿਆ ਗਿਆ ਹੈ, ਉਹਦੀ ਪ੍ਰਾਰੰਭਤਾ ਹੋ ਰਹੀ ਹੈ। ਸਾਡੀ ਰਿਵਾਇਤ ਮੁਤਾਬਕ ਜਦੋਂ ਦੇਸੀ ਮਹੀਨਾ ਪ੍ਰਾਰੰਭ ਹੁੰਦਾ ਤੇ ਅਸੀਂ ਰਚਨਾ 12ਵਾਂ, ਭਾਵੇਂ ਸਮੁੱਚੜੇ ਰੂਪ ਵਿੱਚ ਸਾਰੀ ਸੰਪੂਰਨ, ਜਾਂ ਸਪੈਸੀਫਿਕਲੀ ਉਹ ਪਦਾ ਜਿਹਦੇ ਵਿੱਚ ਉਸ ਮਹੀਨੇ ਦਾ ਜ਼ਿਕਰ ਆ, ਉਹ ਪੜ੍ਹਦੇ ਸੁਣਦੇ ਗੁਰਦੁਆਰੇ ਦੇ ਵਿੱਚ ਗੁਰੂ ਕੇ ਹਜ਼ੂਰ। ਜਿੱਥੇ ਸਮਾਂ ਬਣਦਾ ਉੱਥੇ ਉਹਦਾ ਵਿਆਖਿਆਨ ਵੀ ਹੁੰਦਾ। ਉਸੇ ਹੀ ਰਿਵਾਇਤ ਨੂੰ ਪਾਲਦਿਆਂ ਹੋਇਆਂ ਅਸੀਂ ਇਹ ਪਾਵਨ ਬਚਨ ਜੋ ਹੈ ਅਜੇ ਹੁਣੇ ਪੜ੍ਹੇ ਨੇ। ਮਹਾਰਾਜ ਜੀ ਜੋ ਇਹਦੇ ਸੰਦੇਸ਼ ਦਿੰਦੇ, ਡੈਫੀਨੇਟਲੀ ਸਮੁੱਚੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਧਿਆਤਮਕ ਹੈ। ਅਧਿਆਤਮਕਤਾ ਦਾ ਸੰਦੇਸ਼ ਸਾਡੀ ਝੋਲੀ ਪਾਉਂਦੀ ਹੈ। ਇਹਦੇ ਵਿੱਚ ਵੀ ਉਹੀ ਹੈ। ਜਦੋਂ ਵੀ ਅਸੀਂ 12ਵਾਂ ਦੀ ਬਾਤ ਕਰਦੇ ਤੇ ਅਸੀਂ ਇਹਦੇ ਵਿਧਾ, ਮਤਲਬ ਜਿਹਦੀ ਪ੍ਰੈਜੈਂਟੇਸ਼ਨ ਆ ਸਾਰੇ ਸਰੂਪ ਦੀ, ਉਹਦੀ ਵੀ ਥੋੜ੍ਹੀ ਗੱਲ ਹੁੰਦੀ। ਇਸ ਸਾਰੀ ਰਚਨਾ ਦੇ ਵਿੱਚ ਜਿਵੇਂ ਗੁਰੂ ਸਾਹਿਬ ਨੇ ਉਪਦੇਸ਼ ਦਿੱਤਾ, ਅਸੀਂ ਉਸ ਕੰਟੈਂਟ ਦੇ ਲੈਵਲ 'ਤੇ ਵੀ ਕੁਝ ਡਿਸਕਸ ਕਰਦੇ। And as well as definitely we try to discuss the main part, that specific stanza which we read that specific day. ਸੋ ਇਹਦੇ ਵਿੱਚ ਇਹ ਹੈ ਕਿ ਜੇ ਆਪਾਂ ਇਸ ਵਿਧਾ ਨੂੰ ਦੇਖਦੇ ਹਾਂ ਤੇ ਇਹ ਵਿਧਾ ਫੋਕਲੋਰ ਦਾ ਰੂਪ ਹੈ, ਜਿਹਨੂੰ ਅਸੀਂ ਲੋਕ ਗੀਤ ਕਹਿੰਦੇ ਹਾਂ, ਲੋਕ ਕਾਫੀਆ। ਇਹ ਪੰਜਾਬ ਦੀ ਫਿਜ਼ਾਂ ਦੇ ਵਿੱਚ ਬਹੁਤ ਪੁਰਾਣਾ, ਜਿਵੇਂ ਇੱਕ
ਸੱਭਿਆਚਾਰਕ ਰੂਪ ਦੇ ਵਿੱਚ ਫੈਲਾਅ ਦੇ ਅੰਦਰ ਆਇਆ ਹੋਇਆ ਰੂਪ ਹੈ। ਇਸਤਰੀ ਪ੍ਰਧਾਨ ਲੋਕ ਕਾਵਿ ਰੂਪ, ਜਿਹਦੇ ਵਿੱਚ ਅਕਸਰ ਬਿਰਹਣੀ ਇਸਤਰੀਆਂ ਆਪਣੇ ਬਿਰਹਾ ਦੇ ਵਲਵਲੇ ਜਿਹੜੇ ਉਹਨਾਂ ਦੇ ਇਮੋਸ਼ਨਸ ਨੇ ਉਹਨਾਂ ਨੂੰ ਕਨਵੇ ਕਰਦੀਆਂ ਗਾ ਕੇ। ਆਪ ਦੇਖੋਗੇ ਜੇ ਪੰਜਾਬੀ ਤੁਸੀਂ ਜੀਵਨ ਜਾਚ ਨੂੰ ਦੇਖੋ, ਰਹਿਣ ਸਹਿਣ ਨੂੰ ਦੇਖੋ, ਤੇ ਉਹਦੇ ਵਿੱਚ ਸਭ ਕੁਝ ਚੰਗਾ ਨਹੀਂ ਹੈਗਾ। ਬਹੁਤ ਕੁਛ ਐਸਾ ਜਿਹਦੇ 'ਤੇ ਬਹੁਤ ਜ਼ਿਆਦਾ ਮਾਣ ਵਡਿਆਈ ਕਰਨ ਵਾਲੀ ਗੱਲ ਨਹੀਂ ਹੈ। ਜਿਵੇਂ ਵਾਇਲੈਂਸ ਆ, ਵਾਇਲੈਂਸ ਪੰਜਾਬੀ ਕਲਚਰ ਦਾ ਹਿੱਸਾ ਰਿਹਾ ਆ ਸ਼ੁਰੂ ਤੋਂ। ਮਤਲਬ ਬੰਦੇ ਦੇ 'ਚ ਇੱਕ ਹੁੱਲੜਬਾਜੀ, ਬੁਰਛਾਗਰਦੀ, ਤਗੜੇ ਦਾ ਮਾੜੇ 'ਤੇ ਧੱਕਾ, ਦੁਸ਼ਮਣੀਆਂ ਨਿਭਾਉਣੀਆਂ, ਇਹੋ ਜਿਹੀਆਂ ਚੀਜ਼ਾਂ ਨੂੰ ਬੜਾ ਗਲੋਰੀਅਸ ਕਰਕੇ ਬਿਆਨ ਕਰਨਾ, ਇਹ ਪੰਜਾਬੀ ਕਲਚਰ ਦਾ ਪਾਰਟ ਰਿਹਾ। ਇਹਦੇ ਉੱਤੇ ਲੋਕ ਕਾਫੀਏ, ਲੋਕ ਗੀਤ, ਇਹ ਵੀ ਚੀਜ਼ਾਂ ਬਣੀਆਂ। ਗੁਰੂ ਸਾਹਿਬ ਨੇ ਸਾਰੇ ਤੋਂ ਬਾਹਰ ਕੱਢਿਆ। ਮਹਾਰਾਜ ਬੀਤੇ ਕੱਲ੍ਹ ਵੀ ਅਸੀਂ ਬਾਤ ਕਰ ਰਹੇ ਸੀਗੇ, ਮਾਫ ਕਰਨ ਦੀ ਤਾਕਤ ਦਿੱਤੀ, ਹੋਰ ਚੀਜ਼ਾਂ ਦਿੱਤੀਆਂ। ਇਨ ਬਿਨ ਜਿਹੜਾ ਇਸਤਰੀ ਪ੍ਰਧਾਨ ਲੋਕ ਕਾਫੀਆ, ਲੋਕ ਕਾਵਿ ਰੂਪ ਹੈ, ਉਹਦੇ ਵਿੱਚ ਵੀ ਜੋ ਇਸਤਰੀ ਦੀ ਹੋਣੀ ਹੈ ਉਸ ਨੂੰ ਬੜੇ ਸੁੰਦਰ ਢੰਗ ਨਾਲ ਬਿਆਨ ਕਰਦੀ, ਰੋਂਦੀ, ਵਿਲਕਦੀ ਉਹਦੇ ਵਿੱਚ, ਜਿਵੇਂ 12ਵਾਂ ਇੱਕ ਬਿਰਹਣੀ ਗੀਤ ਦੇ ਰੂਪ ਵਿੱਚ ਦੇਖਦੇ ਹਾਂ। ਪਰ ਮਹਾਰਾਜ ਨੇ ਸਾਰੇ ਨੂੰ ਇੱਕ ਨਵੇਂ ਰੂਪ ਵਿੱਚ ਦਿੱਤਾ ਤੇ ਬਿਆਨ ਕੀਤਾ। ਜੇ ਬਿਲਕੁਲ ਸਪਿਰਿਟ ਦੇ ਲੈਵਲ 'ਤੇ ਆ ਜਾਈਏ, ਬਿਲਕੁਲ ਅਧਿਆਤਮੀ ਤਲ 'ਤੇ ਆ ਜਾਈਏ, ਤਾਂ ਅਸੀਂ ਸਭ ਰੂਹਾਂ ਹਾਂ, ਆਤਮਾਵਾਂ, ਤੇ ਸਾਰੀਆਂ ਰੂਹਾਂ ਉਸ ਪਰਮ ਪਰਿਪੂਰਨ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਸਾਂਝ ਪਾਉਣ ਵਾਸਤੇ ਧਰਤੀ 'ਤੇ ਆਈਆਂ ਨੇ। ਜਿਵੇਂ ਆਮ ਧਾਰਮਿਕ ਅਧਿਆਤਮਿਕ ਤਲ ਦੇ ਉੱਤੇ ਚੀਜ਼ਾਂ ਸਮਝੀਆਂ ਪੜ੍ਹੀਆਂ ਜਾਂਦੀਆਂ। ਤੇ ਕਿਉਂ ਨਾ ਫਿਰ ਇੱਕ ਕੰਮ ਕਰੀਏ, ਆਪਾਂ ਸਾਰੀਆਂ ਰੂਹਾਂ ਹੀ ਮਿਲ ਕੇ ਬਿਰਹਾ ਦੇ ਗੀਤ ਗਾਈਏ। ਜਿਵੇਂ ਆਪ ਅਲਾਣੀਆਂ ਦਾ ਪਾਠ ਕਦੀ ਪੜ੍ਹੋ, ਤੁਸੀਂ ਜਿਵੇਂ ਗੁਰੂ ਮਹਾਰਾਜ ਬਿਆਨ ਕਰਦੇ, ਆਵੋ ਮਿਲੋ ਸਹੇਲੀ ਹੋ, ਸੱਚੜਾ ਨਾਮ ਲਏ ਹਾਂ, ਰੋਵੇਂ ਬਿਰਹਾ ਤਨ ਕਾ ਆਪਣਾ ਸਾਹਿਬ ਸੰਭਾਲੇ ਹਾਂ, ਸਾਹਿਬ ਸੰਭਾਲਾਂ ਪੰਥ ਨਿਹਾਲਾਂ, ਅਸਾਂ ਪੇ ਉੱਥੇ ਜਾਣਾ। ਮਹਾਰਾਜ ਇਨਵੀਟੇਸ਼ਨ ਦਿੰਦੇ। ਆਪ ਨੂੰ ਪਤਾ ਹੋਏਗਾ ਪਿੰਡਾਂ ਥਾਵਾਂ ਦੇ ਵਿੱਚ ਜਦੋਂ ਗਾਉਣ ਬੈਠਦਾ, ਗੀਤ ਵਾਸਤੇ ਬੈਠਿਆ ਜਾਂਦਾ ਤੇ ਇਨਵੀਟੇਸ਼ਨ ਦਿੱਤਾ ਜਾਂਦਾ, ਤੇ ਇਨਵੀਟੇਸ਼ਨ ਘਰ ਘਰ ਪਹੁੰਚਦਾ। ਤੇ ਪਹੁੰਚਦਾ ਕਾਹਦੇ ਵਾਸਤੇ? ਸਾਡੇ ਘਰ ਜਿਹੜਾ ਹੈਗਾ, ਜਿਹਨੂੰ ਅੱਜ ਕੱਲ੍ਹ ਬੜਾ ਫੈਂਸੀ ਨੇਮ ਦੇ ਦਿੱਤਾ, ਲੇਡੀ ਸੰਗੀਤ, ਉਸ ਰੂਪ ਦੇ ਵਿੱਚ ਗਾਉਣ ਬੈਠਣਾ ਹੈ। ਆ ਪੰਜਾਬੀ ਦਾ ਟਿਪੀਕਲ ਵਰਡ ਹੈ, ਸਾਡੇ ਘਰ ਗਾਉਣ ਬੈਠਣਾ ਹੈ। ਤੇ ਉਸ ਗਾਉਣ ਵਿੱਚ ਸਾਰੇ ਜਣੇ ਆਇਓ, ਤੇ ਸਾਰੇ ਜਣੇ ਮਤਲਬ ਇਸਤਰੀਆਂ ਆਉਣਗੀਆਂ, ਇਸਤਰੀਆਂ ਬੈਠਣਗੀਆਂ। ਮਹਾਰਾਜ ਅਲਾਣੀਆਂ ਦੇ ਗੀਤ ਜਦੋਂ ਸ਼ੁਰੂਆਤ ਕਰਦੇ ਤੇ ਕਿਆ, ਆਵੋ ਮਿਲੋ ਸਹੇਲੀ ਹੋ, ਸੱਚੜਾ ਨਾਮ ਲਿਆ। ਆਓ ਸਾਰੀਆਂ ਸਹੇਲੀਆਂ ਮਿਲ ਕੇ ਬੈਠੀਏ ਤੇ ਸੱਚ ਦਾ ਨਾਮ ਲਈਏ। ਹਾਏ ਸੱਚ ਦੇ ਨਾਮ ਦੇ ਵਿੱਚ ਅਸੀਂ ਰੁਦਨ ਵੀ ਕਰਾਂਗੇ, ਕਿਉਂਕਿ ਅਲਾਣੀਆਂ ਰੁਦਨ ਹੁੰਦਾ ਆ, ਅਲਾਹੁਤਾਂ ਦੇਣੀਆਂ। ਮਹਾਰਾਜ ਕਹਿੰਦੇ ਕਿ ਆਓ ਅਲਾਹੁਤਾਂ ਦੇਵਾਂਗੇ, ਰੁਦਨ ਕਰਾਂਗੇ, ਪਰ ਕਰਾਂਗੇ ਕਿਹਦਾ? ਆਵੋ ਮਿਲੋ ਸਹੇਲੀਓ, ਸੱਚੜਾ ਨਾਮ ਲਿਆ, ਰੋਵੇਂ ਬਿਰਹਾ ਤਨ ਕਾ, ਆਪਣੇ ਤਨ ਦੇ ਬਿਰਹੇ ਨੂੰ ਰੋਈਏ। ਮਤਲਬ ਜਿਹੜੇ ਸਾਡੇ ਮਤਲਬ ਨੋ ਡਾਊਟ ਇੰਟੀਮੇਸੀ ਪਾਰਟਨਰਸ ਜਿਹੜੇ ਹੁੰਦੇ ਨੇ ਲਾਈਫ ਦੇ ਵਿੱਚ, ਜਿਨ੍ਹਾਂ ਦੇ ਨਾਲ ਸਾਡੀ ਜ਼ਿੰਦਗੀ ਗੁਜ਼ਰਦੀ ਹੈ, ਜਿਨ੍ਹਾਂ ਦੇ ਨਾਲ ਸਾਡੀ ਫੈਮਿਲੀ ਲਾਈਫ ਗੁਜ਼ਰਦੀ ਹੈ, ਅਸੀਂ ਉਹਨਾਂ ਨੂੰ ਆਪਣੇ ਸੰਗੀ ਸਮਝ ਕੇ ਜੀਵਨ ਬਤੀਤ ਕਰਦੇ ਹਾਂ। ਪਰ ਇਹ ਵੀ ਹਕੀਕਤ ਆ ਕਿ ਜੀਵਨ ਦੇ ਅੰਦਰ ਸਾਨੂੰ ਇੱਕ ਹਾਇਰ ਅਥਾਰਟੀ ਦੀ ਲੋੜ ਆ। ਆਪਣੇ ਵਿਚਾਰਾਂ, ਖਿਆਲਾਂ, ਇਹ ਸਾਰੇ ਨੂੰ ਸਿਰਫ ਛੋਟੇ ਲੈਵਲ ਦੇ ਇਮੋਸ਼ਨ ਸਾਈਡ ਤੋਂ ਉੱਪਰ ਉਠਾ ਕੇ ਹਾਇਰ ਲੈਵਲ 'ਤੇ ਕੋਈ ਇੰਟਲੈਕਚੁਅਲ ਸਾਈਡ 'ਤੇ, ਵਿਜ਼ਡਮ ਵਾਲੀ ਸਾਈਡ ਤੋਂ ਜੀਣ ਵਾਸਤੇ। ਜੇ ਉਹ ਨਹੀਂ ਹੋਏਗਾ ਤਾਂ ਅਸੀਂ ਬੜੇ ਛੋਟੇ ਰੂਪਾਂ ਦੇ ਵਿੱਚ ਗਵਾਚੇ ਰਵਾਂਗੇ, ਤੇ ਉਹਦੇ ਅੰਦਰ ਹੀ ਸਾਡੇ ਰੋਣੇ ਧੋਣੇ, ਹੱਸਣੇ ਖੇਡਣੇ ਰਹਿ ਜਾਣਗੇ। ਸੋ ਮਹਾਰਾਜ ਨੇ ਉਹਦੇ ਨਾਲ ਅੰਗੇਜ ਕੀਤਾ ਤੇ ਕਿਹਾ, ਆਓ ਸੱਚ ਦਾ ਨਾਮ ਲਈਏ, ਰੋਵੇ ਬਿਰਹਾ ਤਨ ਕਾ। ਜਿਹੜੀ ਸਾਡੀ ਇਹ ਰੂਹ ਉਸ ਪਰਮ ਰੂਹ ਤੋਂ ਵਿਛੜ ਗਈ ਹੈ, ਉਹਦਾ ਬਿਰਹਾ ਰੋਈਏ ਬੈਠ ਕੇ, ਉਹਦੇ ਰੁਦਨ ਗੀਤ ਗਾਈਏ, ਉਹਦੇ ਉੱਤੇ ਐਮਫਸਾਈਜ਼ ਕਰੀਏ। ਇਹ 12ਵਾਂ ਰਚਨਾ ਉਸ ਕਿਸਮ ਦੇ ਬਿਰਹੇ ਦੇ ਰੁਦਨ ਦਾ ਗੀਤ ਹੈ। ਇਹਦੇ ਵਿੱਚ ਜਿਵੇਂ ਅਕਸਰ ਹੁੰਦਾ ਆ, ਜਿਹੜੇ ਬਿਰਹਾ ਜਾਂ ਵਿਜੋਗ ਦੇ ਗੀਤ ਹੁੰਦੇ ਨੇ, ਉਹਨਾਂ ਦੇ ਵਿੱਚ ਵਿਛੋੜੇ ਦੀ ਪੀੜਾ, ਕਸਕ, ਮਤਲਬ ਉਹਦਾ ਪੇਨਫੁਲ ਲੈਵਲ ਆ, ਜਿਹੜੀ ਉਹਦੀ ਸੋਰੋ ਆ,
ਉਸ ਨੂੰ ਐਡਰੈਸ ਕੀਤਾ ਜਾਂਦਾ ਹੈ। ਗੁਰੂ ਮਹਾਰਾਜ ਇਹਦੇ 'ਚ ਵੀ ਕਰਦੇ ਨੇ। ਬਿਲਕੁਲ ਪਹਿਲਾ ਪਦਾ ਜਿਹੜਾ ਉਪਮੇਹ ਦਾ ਪਦਾ ਆ, ਇੰਟਰੋਡਕਟਰੀ, ਉਹ 'ਚ ਮਹਾਰਾਜ ਬਿਆਨ ਕਰਦੇ ਕਿ ਕਤਕ ਕਰਮ ਕਮਾਵਣੇ ਦੋਸ਼ ਨਾ ਕਾਹੂੰ, ਜਿਹਦੇ 'ਚ ਬਿਆਨ ਕੀਤਾ ਕਿ ਕਿਰਤ ਕਰਮ ਕੇ ਵਿਛੁੜੇ ਕਰ ਕਿਰਪਾ ਮੇਲੋ ਰਾਮ। ਹੇ ਮਾਲਕ, ਹੇ ਅਕਾਲ ਪੁਰਖ ਵਾਹਿਗੁਰੂ, ਅਸੀਂ ਤੇਰੇ ਤੋਂ ਵਿਛੋੜਾ ਪਾ ਲਿਆ, ਤੇ ਵਿਛੋੜਾ ਪਾ ਲਿਆ ਆਪਣੇ ਬਣੇ ਹੋਏ ਮਾੜੇ ਕਰਮਾਂ ਦੇ ਸੁਭਾਅ ਕਰਕੇ। ਮਤਲਬ ਜਿਹੜਾ ਕਿਰਤ ਕਰਮ ਕੇ, ਕਿਰਤ ਦਾ ਮਤਲਬ ਹੁੰਦਾ ਕਸਬ, ਜਿਹੜਾ ਸਾਡੇ ਜੀਵਨ ਦਾ ਇੱਕ ਵਿਹਾਰ ਬਣ ਗਿਆ ਹੈ, ਹੈਬਚੁਅਲਿਟੀ ਹੋ ਗਈ ਹੈ, ਤੇ ਹੈਬਚੁਅਲ ਹੋ ਗਏ ਆ। ਜਿਵੇਂ ਸਪੋਜ਼ ਕਰੋ, ਇਹਨੂੰ ਇਸ ਤਰ੍ਹਾਂ ਵੀ ਬਿਆਨ ਕੀਤਾ ਜਾਂਦਾ, ਜਿਹੜੇ ਬੰਦੇ ਨੇ ਕਦੀ ਝੂਠ ਨਹੀਂ ਬੋਲਿਆ ਉਹਦੇ ਲਈ ਬਹੁਤ ਹਾਰਡ ਹੈ ਝੂਠ ਬੋਲਣਾ, ਪਰ ਹਾਂ 2 4 10 15 50 ਵਾਰੀ ਬੋਲ ਲਵੇ, ਹੈਬਚੁਅਲ ਹੋ ਗਿਆ, ਹੁਣ ਦਿੱਕਤ ਹੀ ਕੋਈ ਨਹੀਂ। ਹੁਣ ਉਹ ਝੂਠ ਵੀ ਇੰਨੀ ਸਫਾਈ ਨਾਲ ਬੋਲਦਾ ਕਿ ਸੱਚ ਨੂੰ ਵੀ ਮਾਤ ਪਾ ਜਾਂਦਾ। ਜਿਸ ਬੰਦੇ ਨੇ, ਜਿਵੇਂ ਸੀਰੀਅਲ ਕਿਲਰਸ ਹੁੰਦੇ ਨੇ, ਤੁਹਾਡੇ ਲਈ ਇੱਕ ਘਰ ਦੇ ਵਿੱਚ ਕੋਈ ਸਪਾਈਡਰ ਆ ਜਾਏ, ਕੋਈ ਕੀਟ ਮਕੌੜ ਆ ਜਾਏ, ਕਈ ਵਾਰੀ ਬੰਦਾ ਕਿਸੇ ਮੱਖੀ ਤੋਂ ਹੀ ਤੰਗ ਹੋਏ ਵੀ ਇਹਨੂੰ ਮੈਂ ਨਾ ਛੱਡਣਾ ਨਹੀਂ, ਪਰ ਜਦੋਂ ਬਿਲਕੁਲ ਸਪੋਜ਼ ਕਰੋ ਕਿ ਮੱਖੀ ਮਾਰਨ ਦੇ ਨੇੜੇ ਜਾਏ, ਫਿਰ ਵੀ ਬੰਦਾ ਸੋਚਦਾ ਨਹੀਂ ਛੱਡ ਭਰਾ, ਕਾਹਦੇ ਲਈ, ਹੈ ਨਾ, ਇਹਨੂੰ ਕਿਸੇ ਤਰੀਕੇ ਨਾਲ ਬਾਹਰ ਕੱਢਦੇ ਆ, ਆਈ ਡੋਂਟ ਵਾਂਟ ਟੂ ਕਿਲ। ਸੋ ਇਹ ਹੈ ਕਿ ਜਿਹਦੇ ਲਈ ਇੰਨਾ ਹਾਰਡ ਆ, ਪਰ ਜਦੋਂ ਇੱਕ ਵਾਰੀ ਬੰਦਾ ਇਸ ਇਹੋ ਜਿਹੇ ਕੰਮ ਵਿੱਚ ਸ਼ੁਰੂ ਹੋ ਜਾਏ, ਸੀਰੀਅਲ ਕਿਲਰਸ ਨੇ 50 50 100 100 60 60 70 70 ਕਤਲ ਕਰ ਦਿੰਦੇ, ਪਤਾ ਹੀ ਨਹੀਂ ਗਾ ਲੱਗਦਾ। ਕਿਉਂ? ਕਸਬ ਬਣ ਗਿਆ, ਹੈਬਚੁਅਲ ਹੋ ਗਏ। ਇਨ ਬਿਨ ਗੁਨਾਹਗੀਰੀਅਤ ਹਰ ਤਰ੍ਹਾਂ ਦੀ ਜੀਵਨ ਦੇ ਅੰਦਰ ਇਹ ਹੈ, ਵਕਾਰਾਂ ਨੂੰ ਭੋਗਣ ਦੀ ਬਿਰਤੀ, ਆਪਣੇ ਆਪ ਨੂੰ ਹੰਕਾਰ ਵਿੱਚ ਰਹਿਣ ਦੀ ਬਿਰਤੀ, ਜੀਵਨ ਯਾਪਨ ਦੇ ਵਿੱਚ ਇੱਕ ਅਨਡਿਸਿਪਲਿਨਡ ਐਂਡ ਅਨਆਰਗੇਨਾਈਜ਼ਡ ਲਾਈਫ ਸਟਾਈਲ ਅਡਾਪਟ ਕਰ ਲੈਣਾ ਹਰ ਲੈਵਲ 'ਤੇ। ਸਾਡੀਆਂ ਬਹੁਤੀਆਂ ਹੈਲਥ ਦੀਆਂ ਇਸ਼ੂਜ਼ ਇੱਥੋਂ ਆ ਰਹੀਆਂ ਨੇ, ਸਾਡੀਆਂ ਬਹੁਤੀਆਂ ਫੈਮਿਲੀ ਇਸ਼ੂਜ਼ ਇੱਥੋਂ ਆ ਰਹੀਆਂ ਨੇ। ਯੰਗ ਬੱਚਿਆਂ ਦੇ ਵਿੱਚ ਤੇ ਬਹੁਤ ਕੁਝ ਦੇ ਕੈਨ ਅਚੀਵ ਈਜ਼ੀਲੀ because they are not capable to do that. Only one reason, unorganized lifestyle. Habitual ਇੰਨੇ ਹੋ ਗਏ ਕਿ ਪਤਾ ਹੀ ਨਹੀਂ ਲੱਗਦਾ, ਸਾਰੇ ਕਹੀ ਜਾਂਦੇ ਉਹ ਭਲਿਆ ਆਹ ਚੀਜ਼ ਉਹਨੂੰ ਲੱਗਦਾ ਹੱਦ ਹੋ ਗਈ, ਇਹ ਕਿਹੜੀ ਗੱਲ ਆ। ਬਿਕੋਜ਼ ਇਹ ਜਿਹੜੀਆਂ ਚੀਜ਼ਾਂ ਸਭ ਕਹਿੰਦੇ ਕਿਰਤ ਕਰਮ ਕੇ ਵਿਛੁੜੇ ਕਰ ਕਿਰਪਾ ਮੇਲੋ ਰਾਮ, 4 ਕੁੰਟ ਦਹਿੰਦਿਸ ਭਰਮੇ ਥਕੇ ਆਏ ਪ੍ਰਭ ਕੀ ਸ਼ਾਮ। ਇਹ ਵੇਦਨ ਐਸੀ ਹੈ ਕਿ ਮੈਨੂੰ ਪਤਾ ਲੱਗਾ ਤੇਰੀ ਸ਼ਾਮ, ਤੇਰੀ ਪਨਾਹ ਤੋਂ ਬਿਨਾਂ, ਤੇਰੇ ਰਿਫਿਊਜ਼ ਤੋਂ ਬਿਨਾਂ, ਤੇਰੀ ਜਿੰਨੀ ਦੇਰ ਤੱਕ ਤੇਰੀ ਸ਼ਰਨ ਮੈਂ ਨਹੀਂ ਆਉਂਦਾ, ਮੇਰਾ ਕਿਤੇ ਹੋਰ ਗੁਜ਼ਾਰਾ ਨਹੀਂਗਾ। ਸੋ ਇੱਕ ਵਿਸ਼ਵਾਸ ਦੀ ਗੱਲ ਵੀ ਹੈ, ਇੱਕ ਬਿਰਹਾ ਦੀ ਤਾਂਘ ਵੀ ਹੈ ਇਹਦੇ ਵਿੱਚ, ਇਹ ਦੋਨੋਂ ਚੀਜ਼ਾਂ ਇਕੱਠੀਆਂ ਚੱਲਦੀਆਂ। ਪਰ ਨਾਲ ਦੀ ਨਾਲੇ ਵੀ ਹੈ, ਜਿੱਥੇ ਬਹੁਤ ਪੀੜਾ ਹੋਏ ਨਾ, ਤੇ ਉੱਥੇ ਤੁਸੀਂ ਹੋਪ ਨਾ ਦੇਵੋ, ਬੰਦਾ ਪੀੜਾ 'ਚ ਟੁੱਟ ਜਾਂਦਾ ਆ। ਜਿਹੜੀ ਪੀੜਾ ਆ ਚਲਾਉਂਦੀ ਆ ਬੰਦੇ ਨੂੰ, ਕਹਿੰਦੀ ਹੈ ਤੂੰ ਨਾ ਚੰਗੀ ਕੰਡੀਸ਼ਨ 'ਚ ਜਾਣਾ ਆ, ਪਰ ਹੋਪ ਚਾਹੀਦੀ ਹੈ ਨਾਲ ਦੀ ਨਾਲ। ਜੇ ਵਿਜ਼ਨ ਨਹੀਂ ਹੋਏਗਾ, ਜੇ ਹੋਪ ਨਹੀਂ ਹੋਏਗੀ, ਜੇ ਉਸ ਪਾਸੇ ਦਾ ਜਿਹੜਾ ਹੈਗਾ ਕੋਈ ਮੈਪ ਨਹੀਂ ਬੰਦੇ ਨੂੰ ਦਿੱਤਾ ਜਾਏਗਾ, ਬੰਦਾ ਜਿਹੜਾ ਹੈਗਾ ਮਿਜ਼ਰੇਬਲ ਹੋ ਜਾਏਗਾ, ਤੇ ਮੈਡਨੈਸ ਬੰਦੇ ਨੂੰ ਮਾਰੇਗੀ ਉਸ ਰੂਪ ਦੇ ਵਿੱਚ। ਤੇ ਗੁਰੂ ਮਹਾਰਾਜ 12 ਮਾਹ ਦੀ ਰਚਨਾ ਦੇ 'ਚ ਹੋਪ, ਆਸ, ਉਮੀਦ ਨਾਲ ਹੀ ਦਿੰਦੇ। ਕਹਿੰਦੇ ਹਾਂ ਪੀੜਾ ਬਹੁਤ ਹੈ, ਨੋ ਡਾਊਟ। ਜਿਹੜਾ ਇਹ ਹਿਜਰ ਦੀ ਕਸਕਿਆ, ਇਹ ਬਰਦਾਸ਼ਤ ਕਰਨੀ ਵੀ ਔਖੀ ਹੈ। ਤੇਨ ਦੁੱਧ ਤੇ ਬਾਹਰੀ ਕਿਤੇ ਨਾ ਆਵੇ ਕਾਮ, ਜਲ ਬਿਨ ਸਾਖ ਕੋ ਮਿਲਾਵਤੀ ਉਪਜੈ ਨਾ ਹੀ ਤਾਮ। ਹਾਲਤ ਇਹ ਹੈ, ਪਰ ਆਸ ਇਹ ਹੈ ਕਿ ਚੇਤ ਗੋਬਿੰਦ ਅਰਾਧਿਆ ਹੋਵੇ ਆਨੰਦ ਕਣਾ। ਤੂੰ ਚੇਤੇ ਕਰ, ਯਾਦ ਕਰ, ਅਹਿਸਾਸ ਕਰ ਉਸ ਕਰਤਾਰ ਦਾ, ਤੇ ਕਰਤਾਰ ਚਿੱਤ ਵਿੱਚ ਹੀ ਰਵ ਜਾਂਦਾ, ਆ ਕੇ ਚਿਤਵਣੀ ਵਿੱਚੋਂ ਹੀ ਆ ਕੇ ਪ੍ਰਗਟ ਹੋ ਜਾਂਦਾ। ਸੋ ਇਸ ਕਰਕੇ ਇਸ ਉਮੀਦ ਦੇ ਨਾਲ ਜੀਵਨ ਅੱਗੇ ਬਤੀਤ ਕਰ। ਫਿਰ ਇਹਦੇ 'ਚੋਂ ਮਹੀਨਾ ਬਾ ਮਹੀਨੇ ਦੇ ਸਿਰਨਾਮੇ ਦੇ ਨਾਲ ਬਚਨ ਅੱਗੇ ਤੁਰਦੇ। ਵੈਸਾਖ ਤੀਰਨ ਕਿਉ ਵਾਂਡੀਆਂ, ਜਿੰਨਾ ਪ੍ਰੇਮ ਵਿੱਚ ਹੋਆ ਸਾੜ ਤਪੰਦਾ ਤਿਸ ਲੱਗੈ ਹਰ ਨਾਹਨਾ, ਜਿੰਨਾ ਪਾਸ ਜੇਠ ਜੁੜਨ ਦਾ ਲੋੜੀਆ ਜਿਸ ਅੱਗੇ ਸਭ ਨਵਨ, ਸਾਵਨ ਸਰਸੀ ਕਾਮਣੀ ਚਰਨ ਕਮਲ ਸੋ ਪਿਆਰ, ਪਾਦੋਂ ਪਰਮ ਪੁਲਾਣੀਆਂ ਦੂਜੈ ਲਗਾ ਹੇਤ, ਅਸੁਨ ਪ੍ਰੇਮ ਉਮਾੜਾ ਕਿਉਂ ਮਿਲਿਆ ਹਰ ਜਾਏ। ਲਗਾਤਾਰ ਫਿਰ ਪੌੜੀ ਬਾ ਪੌੜੀ ਚੱਲਦਾ। ਉਹਦੇ 'ਚੋਂ ਕਰਦਿਆਂ ਅਸੀਂ ਫਿਰ ਇੱਥੇ ਆਏ, ਜਿਹੜਾ ਅੱਜ ਦਾ ਬਚਨ ਹੈ, ਜਿਹਦੇ ਨੂੰ ਸਭ ਜ਼ਿਕਰ ਕਰਦੇ। ਕਤਕ ਕਰਮ ਕਮਾਵਣੇ ਦੋਸ ਨਾ ਕਾਹੂੰ ਜੋਗ। ਕਰਮਾਂ 'ਤੇ emphasize ਹੈ, ਤੇ ਕਰਮ mean in very, you can say, literally level, when we come toward the literal meaning of karm, that mean action, act, ਕਿਸੇ ਚੀਜ਼ ਦੇ ਉੱਤੇ ਐਕਟ ਕਰਨਾ। ਪਰ ਐਕਚੁਅਲੀ ਇਹ ਹੁੰਦਾ ਕਿ ਐਕਟ ਦੇ ਵਿੱਚ ਸਿਰਫ ਤੁਸੀਂ ਫਿਜ਼ੀਕਲੀ ਇਨਵੋਲਵ ਨਹੀਂ ਹੁੰਦੇ। ਅੱਜ ਕੱਲ੍ਹ ਤਾਂ ਮੰਨਿਆ ਜਾ ਰਿਹਾ ਕਿ ਸਾਡਾ ਜਿਹੜਾ ਸੋਚਣਾ ਆ, ਇਹ ਵੀ ਇੱਕ ਐਕਟ ਹੈ। ਇਹਨੂੰ ਵੀ ਇੱਕ ਕਰਮ ਦੇ ਤੌਰ 'ਤੇ ਲਿਆ ਜਾਏ, ਕਿਉਂਕਿ ਕੋਈ ਥਾਟ ਭਾਵੇਂ ਪੌਪ ਅਪ ਹੋਇਆ, ਭਾਵੇਂ ਕਿਸੇ ਨੇ ਤੁਹਾਨੂੰ ਦਿੱਤਾ, ਜੇ ਤੁਸੀਂ ਉਹਨੂੰ ਮੈਨਿਊਰ ਨਹੀਂ ਕਰੋਗੇ,
ਜੇ ਤੁਸੀਂ ਉਹਦੇ 'ਤੇ ਐਮਫਸਾਈਜ਼ ਨਹੀਂ ਕਰੋਗੇ, એનર્ਜੀ ਨਹੀਂ ਦਿਓਗੇ, ਸਪੇਸ ਨਹੀਂ ਦਿਓਗੇ, ਉਹ ਗਰੋ ਨਹੀਂ ਹੋਏਗਾ। ਤੇ ਉਹ ਸਪੇਸ ਤਾਂ ਲਏਗਾ ਜੇ ਉਹਦੇ 'ਚ ਜਗ੍ਹਾ ਹੈ ਪਹਿਲਾਂ। ਤੇ ਜਿਵੇਂ ਸਪੋਜ਼ ਅੱਜ ਦੇ ਅਸੀਂ ਜੇ ਬੋਟੈਨਿਕ ਸਾਇੰਸ 'ਚ ਆ ਜਾਈਏ ਜਾਂ ਜਿਹੜਾ ਹੈਗਾ ਬਾਗਬਾਨੀ ਦੀ ਦੁਨੀਆ 'ਚ ਆ ਜਾਈਏ, ਤੇ ਬਹੁਤ ਸਾਰੇ ਚੇਂਜਸ ਆਏ ਨੇ। ਪਹਿਲੀਆਂ 'ਚ ਇਹ ਹੁੰਦਾ ਸੀਗਾ ਕਿ ਜਿਹੜੇ ਬਾਗਾਂ ਨੂੰ ਫਲ ਲੱਗਦੇ ਇਹ ਕਾਣੇ ਹੋ ਜਾਂਦੇ, ਜਿਵੇਂ ਸਪੋਜ਼ ਕਰੋ ਸੇਬ ਨੇ, ਪਲਮ ਨੇ, ਚੈਰੀ ਹੈ, ਕੁਛ ਵੀ ਇਸ ਰੂਪ ਦੇ ਵਿੱਚ। ਅਤੇ ਹੌਲੀ ਹੌਲੀ ਕਰਕੇ ਪਤਾ ਲੱਗਾ ਕਿ ਐਕਚੁਅਲੀ ਨਾ ਇਹ ਕਾਣੇ ਨਹੀਂ ਹੁੰਦੇ, ਬਾਹਰੋਂ ਇਹਨਾਂ 'ਚ ਕੋਈ ਕੀੜਾ ਨਹੀਂ ਆਉਂਦਾ, ਇਹ ਅਨਹੈਲਦੀ ਹੁੰਦੇ ਅਤੇ ਤਾਂ ਕੀੜਾ ਆਉਂਦਾ, ਕਿਉਂਕਿ ਇਹਨਾਂ ਦਾ ਜਿਹੜਾ ਫਾਈਬਰ ਆ ਉਹ ਪੂਰੀ ਤਰ੍ਹਾਂ ਡਿਵੈਲਪ ਨਹੀਂ ਹੁੰਦਾ। ਜਿੱਥੇ ਕਿਤੇ ਫਾਈਬਰ ਦੇ ਵਿੱਚ ਸਪੇਸ ਰਹਿ ਜਾਂਦਾ, ਵੈਕਿਊਮ ਕ੍ਰੀਏਟ ਹੁੰਦਾ, ਉੱਥੇ ਫੰਗਸ ਪੈਦਾ ਹੁੰਦੀ। ਉੱਥੋਂ ਇੱਕ ਤਾਂ ਉਹ ਮੁੜ ਜਾਂਦਾ, ਕਾਣਾ ਹੋ ਜਾਂਦਾ, ਦੂਸਰਾ ਉਹਦੇ 'ਚ ਕੀੜਾ ਪੈਦਾ ਹੋ ਜਾਂਦਾ। ਆਪਾਂ ਇੱਕ ਕੰਮ ਕਰੀਏ, ਆਪਾਂ ਇਹੋ ਜਿਹੀ ਖੁਰਾਕ ਪਾਈਏ ਬੂਟੇ ਨੂੰ, ਉਹ ਫਲ ਜਿਹੜਾ ਆ ਉਹਨੂੰ ਹੈਲਦੀ ਕਰਦੀ ਹੈ। ਉਹ ਪੂਰੀ ਤਰ੍ਹਾਂ ਫਾਈਬਰ ਪੂਰਾ ਭਰ ਜੇ, ਉਹਦੇ ਵਿੱਚ ਸਪੇਸ ਨਹੀਂ ਹੋਏਗਾ, ਫੰਗਸ ਨਹੀਂ ਆਏਗੀ, ਉੱਲੀ ਨਹੀਂ ਹੋਏਗੀ। ਜੇ ਉਹ ਨਹੀਂ ਹੋਏਗੀ, ਕੀੜਾ ਵੀ ਨਹੀਂ ਆਏਗਾ। ਇਨਵਿਨ ਸਾਡੀ ਅੰਦਰ ਦੀ ਦੁਨੀਆ ਆ। ਜਿਵੇਂ ਅਸੀਂ ਪੰਜਾਬੀ ਜ਼ਬਾਨ 'ਚ ਕਈ ਵਾਰੀ ਕਹਿੰਦੇ ਆ ਕਿ ਖਾਲੀ ਦਿਮਾਗ ਸ਼ੈਤਾਨ ਦਾ ਘਰ। ਤੁਸੀਂ ਖਲਾ ਪੈਦਾ ਕੀਤਾ ਨਹੀਂ। ਈਵਨ ਹੋਰ ਨੂੰ ਸਰਲ ਕਰ ਲਓ, ਤੁਸੀਂ ਕੋਈ ਪ੍ਰੋਪਰਟੀ, ਕੋਈ ਘਰ, ਕੋਈ ਮਕਾਨ, ਕੋਈ ਜਗ੍ਹਾ, ਕੋਈ ਕਮਰਾ ਵੇਕੈਂਟ ਛੱਡ ਦਿਓ। ਕੀ ਹੋਗਾ? ਤੁਸੀਂ ਵੇਕੈਂਟ ਛੱਡਿਆ, ਤੁਸੀਂ ਕਿਹਾ ਵੀ ਖਾਲੀ ਹੈ, ਇਟਸ ਓਕੇ। ਥੋੜ੍ਹੇ ਦਿਨਾਂ ਬਾਅਦ ਦੇਖੋਗੇ ਉੱਥੇ ਕੀ ਹੋਣਾ ਸ਼ੁਰੂ ਹੋਏਗਾ। ਉੱਥੇ ਜਿੱਥੋਂ ਕਿਤੋਂ ਵੀ ਛੋਟਾ ਮੋਟਾ ਸੁਰਾਖ ਹੈ, ਛੋਟੇ ਛੋਟੇ ਸਪਾਈਡਰ, ਕੀੜੇ, ਜੇ ਥੋੜ੍ਹਾ ਹੋਰ ਬਣੇਗਾ ਚੂਹੇ, ਮਾਈਸ ਵਗੈਰਾ, ਇਹ ਸਭ ਮਤਲਬ ਦੇ ਗੋਨਾ ਐਕਚੁਅਲੀ ਕੰਟਰੋਲ ਐਵਰੀਥਿੰਗ। ਦੇ ਗੋਨਾ ਜਿਹੜਾ ਹੈਗਾ ਉਹਨਾਂ ਨੇ ਆਕੂਪਾਈ ਕਰ ਲੈਣਾ ਸਾਰਾ ਕੁਛ। ਸਾਡੀ ਮਨ ਦੀ ਦੁਨੀਆ ਵਿੱਚ ਵੀ ਇਹੋ ਚੀਜ਼ ਹੈ। ਜੇ ਅਸੀਂ ਇਸ ਬਾਬਤ ਧਿਆਨ ਨਹੀਂ ਦੇਵਾਂਗੇ, ਵਿਚਾਰਾਂ ਦੀ ਦੁਨੀਆ ਦੇ 'ਚ ਐਕਟਿਵਲੀ ਵਰਕ ਨਹੀਂ ਕਰਾਂਗੇ, ਤੇ ਫਿਰ ਜੋ ਥਾਟਸ ਪੌਪ ਅਪ ਹੋਣਗੇ ਅੰਦਰੋਂ ਜਾਂ ਬਾਹਰੋਂ ਕਿਤੋਂ ਇਨਫਲੂਐਂਸ ਆਏਗਾ, ਥਾਟਸ ਬਣੀ ਜਾਣਗੇ। ਬਹੁਤ ਸਾਰੀਆਂ ਬੁੱਕਸ ਅੱਜ ਕੱਲ੍ਹ ਮਿਲ ਜਾਂਦੀਆਂ ਪੜ੍ਹਨ ਵਾਸਤੇ ਬੰਦੇ ਦੇ ਡਰੀਮ ਅਨਾਲਿਸਿਸ ਦੇ ਉੱਤੇ, ਈਵਨ ਥਾਟ ਅਨਾਲਿਸਿਸ ਦੇ ਉੱਤੇ ਬਹੁਤ ਸਾਰਾ ਲਿਟਰੇਚਰ ਮਿਲ ਜਾਂਦਾ ਆ। ਤੁਸੀਂ ਜੇ ਡੀਪ ਲੈਵਲ 'ਤੇ ਦੇਖੋਗੇ, ਦਿਸ ਇਜ਼ ਆਲਸੋ ਪਾਰਟ ਆਫ ਮੈਡੀਟੇਸ਼ਨ ਟੂ। ਇਹ ਵੀ ਇੱਕ ਮੈਡੀਟੇਸ਼ਨ ਦਾ ਪਾਰਟ ਆ। ਜੇ ਤੁਸੀਂ ਹੁਣ ਸੁਪਨਿਆਂ ਦੇ ਬਾਬਤ, ਜਿਵੇਂ ਸਾਈਮਨ ਫਰੋਇਡ ਨੇ ਡਰੀਮ ਨੂੰ ਐਗਜ਼ਾਮਨ ਕਰਦਿਆਂ ਹੋਇਆਂ ਆਪਣੇ ਪੇਸ਼ੈਂਟ, ਕੋਈ ਫਿਜ਼ੀਸ਼ੀਅਨ ਸੀਗਾ, ਉਹਨੇ ਸਾਈਕੋਥੈਰੇਪੀ ਦਾ ਪਾਥ ਲੱਭ ਲਿਆ ਪੂਰਾ ਦਾ ਪੂਰਾ। ਉਸਨੇ ਜਦੋਂ ਦੇਖਿਆ ਕਿ ਜਿਹੜੇ ਸੁਪਨੇ ਨੇ, ਸੁਪਨੇ ਨਹੀਂ ਗਏ, ਅਸਲ ਦੇ ਵਿੱਚ ਕਿਤੋਂ ਇਹਨਾਂ ਦੇ ਬੀਜ ਆ ਰਹੇ ਨੇ, ਸੀਡਸ ਨੇ, ਥਾਟਸ ਨੇ, ਰਾਵਾਂ ਨੇ। ਉਹਨਾਂ ਰਾਵਾਂ ਨੂੰ ਕਿਸੇ ਨੇ ਆਪਣੇ ਅੰਦਰ ਘਰ ਕਰਨ ਦਿੱਤਾ, ਥਾਂ ਦੇ ਦਿੱਤੀ ਹੈ। ਉਹ ਥਾਂ ਹੌਲੀ ਹੌਲੀ ਮਜ਼ਬੂਤ ਹੁੰਦੀ ਗਈ ਉਸ ਮਤਲਬ ਜਗ੍ਹਾ 'ਤੇ, ਸਪੇਸ ਵਿੱਚ। ਅਲਟੀਮੇਟਲੀ ਉਹ ਫਿਰ ਉਸ ਪਰਸਨ ਨੂੰ, ਉਸ ਸ਼ਖਸੀਅਤ ਨੂੰ ਆਪਣੇ ਕੰਟਰੋਲ ਵਿੱਚ ਕਰ ਗਈ। ਅਤੇ ਐਸਾ ਕੰਟਰੋਲ ਵਿੱਚ ਕਰ ਗਈ ਵੀ ਮੈਂ ਆਪਣੇ ਬੈੱਡ 'ਤੇ ਪਿਆ ਵਾਂ, ਮੇਰੀਆਂ ਅੱਖਾਂ ਨੇ, ਮੇਰੀ ਬਾਡੀ ਹੈ, ਮੇਰੀ ਜ਼ਹਿਨੀਅਤ ਆ, ਅਤੇ ਮੈਂ ਅੱਖਾਂ ਬੰਦ ਕਰਦਾ, ਸੌਣ ਲੱਗਦਾ, ਮੇਰੀ ਜ਼ਹਿਨੀਅਤ 'ਚ ਕੁਝ ਇਹੋ ਜਿਹੀ ਦੁਨੀਆ ਆਉਂਦੀ ਜਿਹੜੀ ਮੈਂ ਚਾਹੁੰਦਾ ਨਹੀਂ, ਪਰ ਆ ਰਹੀ ਹੈ। ਹੁਣ ਜਿਹੜੀ ਉਹ ਚੀਜ਼ ਆ ਉਹ ਕਿੱਥੋਂ ਆ ਰਹੀ? ਡੈਫੀਨੇਟਲੀ ਮੈਂ ਕਹਾਂਗਾ ਇਟਸ ਅਨਵਾਂਟਿਡ, ਦੇ ਆਰ ਅਨਵਾਂਟਿਡ ਗੈਸਟ, ਆਈ ਡੋਂਟ ਵਾਂਟ ਦੈਮ ਹੇਅਰ। ਬਟ ਕਿਤੇ ਨਾ ਕਿਤੇ ਉਹਦੇ ਰੂਟਸ ਨੇ। ਰੂਟਸ ਕੀ ਨੇ? ਇਹੋ ਜਿਹੇ ਕਰਮ ਕਮਾਏ ਨੇ। ਅਤੇ ਕਰਮ ਲਿਟਰਲੀ ਤੌਰ 'ਤੇ, ਬਹਿਰੂਨੀ ਤੌਰ 'ਤੇ ਨਾ ਵੀ ਕਮਾਏ ਹੋਣ, ਖਿਆਲਾਂ, ਸੋਚਾਂ, ਵਿਚਾਰਾਂ ਨੂੰ ਇਹੋ ਜਿਹੇ ਨੂੰ ਥਾਂ ਦੇ ਦਿੱਤੀ ਹੈ, ਮੈਨਿਊਰ ਕਰ ਦਿੱਤਾ, ਉਹਨਾਂ ਨੂੰ ਸਪੇਸ ਦੇ ਦਿੱਤਾ ਹੈ, ਅਤੇ ਉਹ ਫਿਰ ਪਨਪਣੇ ਸ਼ੁਰੂ ਹੋ ਗਏ। ਮਹਾਰਾਜ ਬਿਆਨ ਕਰਦੇ, ਉਹ ਭਲੇ ਬੰਦੇ ਕਤਿਕ ਕਰਮ ਕਮਾਵਣੇ, ਦੋਸ਼ ਨਾ ਕਾਹੂ ਜੋਗ। ਕਿਸੇ ਹੋਰ ਨੂੰ ਦੋਸ਼ ਦੇ ਯੋਗ ਤੂੰ ਕਿਵੇਂ ਸਮਝ ਸਕਦਾ ਆ, ਜੇ ਤੂੰ ਆਪ, ਜਿਹਨੂੰ ਕਿਹਾ ਗਿਆ ਅੱਜ ਦੇ ਸਮਾਜ ਦੇ ਵਿੱਚ, ਇਫ ਯੂ ਆਰ ਨੋਟ ਸੈਲਫ ਰਿਸਪੋਂਸੀਬਲ, ਆਪਣੀ ਰਿਸਪੋਂਸੀਬਿਲਿਟੀ ਤੂੰ ਆਪ ਨਹੀਂ ਲੈ ਰਿਹਾ, ਜ਼ਿੰਮੇਵਾਰੀ ਲੈ। ਪਹਿਲਾ ਪੜਾਅ ਆ ਆਪਣੇ ਆਪ ਨੂੰ ਜ਼ਿੰਮੇਵਾਰ ਸਮਝ। ਹਾਂ, ਇਹ ਮੇਰੀ ਜ਼ਿੰਮੇਵਾਰੀ ਹੈ, ਮੈਂ ਇਹਨਾਂ ਥਾਟਸ, ਵਿਚਾਰ, ਖਿਆਲਾਂ, ਸੋਚਾਂ ਨੂੰ ਦੇਖਣਾ ਹੈ, ਅਹਿਸਾਸਣਾ ਹੈ, ਕਿਉਂਕਿ ਮੇਰੀ ਹੀ ਸਰੋਤ ਦੇ ਜ਼ਰੀਏ, ਮੇਰੇ ਹੀ ਜਿਹੜਾ ਹੈਗਾ ਮਨ ਮੰਡਲ ਦੇ ਵਿੱਚ, ਇਹ ਕੰਨਾਂ ਦੇ ਜ਼ਰੀਏ ਆ ਰਹੇ ਨੇ ਚੀਜ਼ਾਂ। ਸੋ ਇੱਥੇ ਹੀ ਮੈਂ ਇਹਨਾਂ ਨੂੰ ਡਿਟੈਕਟ ਕਰਾਂ, ਇੱਥੇ ਹੀ ਇਹਨਾਂ ਨੂੰ ਪਕੜਾਂ, ਇੱਥੇ ਹੀ ਇਹਨਾਂ ਦੇ ਨਾਲ ਕੰਮ ਕਰਾਂ। ਸੋ ਇਹ ਬੇਸਿਕ ਚੀਜ਼ਾਂ ਨੇ। ਜੇ ਨਹੀਂ ਕੀਤੀਆਂ, ਫਿਰ ਕਿਸੇ ਹੋਰ ਨੂੰ ਦੋਸ਼ ਦੇਣ ਦੀ ਲੋੜ ਨਹੀਂ ਹੈ। ਜੇ ਸਪੋਜ਼ ਕਰੋ, ਇਹ ਵੀ ਦਾਨੇ ਲੋਕਾਂ ਨੇ ਕਿਹਾ ਕਿ ਆਲਾ ਦੁਆਲਾ ਤੁਹਾਨੂੰ ਸਟ੍ਰੈਸ ਦਿੰਦਾ ਆ। ਨਹੀਂ, ਆਲੇ ਦੁਆਲੇ ਦੀ ਸਟ੍ਰੈਸ ਤੁਸੀਂ ਲੈਂਦੇ ਹੋ।
ਆਲਾ ਦੁਆਲਾ ਤੁਹਾਨੂੰ ਡਿਪਰੈਸਡ ਕਰ ਦਿੰਦਾ। ਨੋ 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 ਨੋ, ਤੁਸੀਂ ਆਲੇ ਦੁਆਲੇ ਨੂੰ ਅਲਾਓ ਕਰ ਦਿਓ ਤੁਹਾਨੂੰ ਡਿਪਰੈਸ ਕਰੇ ਹੋ। ਜੇਕਰ ਤੁਸੀਂ ਪਹਿਲੇ ਲੈਵਲ 'ਤੇ ਆਪਣੇ ਆਪ ਨੂੰ ਇੱਕ ਸੰਭਾਲ ਲੈਂਦੇ ਹੋ, ਫਿਰ ਈਵਨ ਇੱਥੋਂ ਤੱਕ ਵੀ ਮੰਨਿਆ ਗਿਆ, ਜਿਵੇਂ ਸਪੋਜ਼ ਕਰੋ ਕੋਵਿਡ-19 ਆ, ਜਿਹੜੇ ਲੋਕਾਂ ਨੇ ਹੌਸਪੀਟਲ ਵਿੱਚ ਕੰਮ ਕੀਤਾ, ਜਿਹੜੇ ਫਰੰਟ ਲਾਈਨ 'ਤੇ ਵਰਕ ਕੰਮ ਕਰ ਰਹੇ ਸਾਰੇ, ਅਤੇ ਨੋ ਡਾਊਟ ਉਹਨਾਂ ਨੂੰ ਵੀ ਜਿਹੜਾ ਹੈਗਾ ਮੋਰਟੈਲਿਟੀ ਵਾਜ਼ ਦੇਅਰ, ਦੇ ਆਰ ਆਲਸੋ ਐਕਚੁਅਲੀ ਬਿਕੋਜ਼ ਬੜਾ ਇਹ ਫੈਟਲ ਸੀਗਾ, ਅਤੇ ਇਸ ਕਰਕੇ ਉੱਥੇ ਵੀ ਬੜੀਆਂ ਕੈਜੂਅਲਟੀਜ਼ ਹੋਈਆਂ, ਸਭ ਚੀਜ਼ਾਂ ਹੋਈਆਂ, ਬਟ ਸਟਿਲ ਇੱਕ ਛੋਟਾ ਨੰਬਰ ਸੀਗਾ। ਵੱਡਾ ਨੰਬਰ ਉਹ ਹੈਲਦੀ ਰਹੇ, ਠੀਕ ਰਹੇ ਸਭ ਕੁਝ, ਕਿਉਂਕਿ ਉਹਨਾਂ ਨੇ ਉਸ ਸਾਰੇ ਤੋਂ ਪ੍ਰੋਟੈਕਟ ਕੀਤਾ ਆਪਣੇ ਆਪ ਨੂੰ। ਜਿਹੜੀ ਉਹਨਾਂ ਦੀਆਂ ਪ੍ਰੋਟੈਕਸ਼ਨ ਜਿਹੜੀਆਂ ਸ਼ੀਲਡ ਸੀਗੀਆਂ, ਪ੍ਰੋਟੈਕਸ਼ਨ ਜਿਹੜੇ ਉਹਨਾਂ ਦੇ ਇਕਵਿਪਮੈਂਟ ਸੀਗੇ, ਉਹਨਾਂ ਨੇ ਯੂਜ਼ ਕੀਤਾ। ਦੇ ਵਰ ਏਬਲ ਟੂ ਸਰਵ। ਐਗਜ਼ੈਕਟਲੀ ਸਾਡੇ ਅੰਦਰ ਵੀ ਅਸੀਂ ਕੁਝ ਪ੍ਰੋਟੈਕਸ਼ਨ ਲਈਏ ਆਪਣੇ ਆਪ ਦੀ, ਅਤੇ ਉਹ ਤਾਂ ਹੀ ਹੋ ਸਕਦਾ ਹੈ ਅਸੀਂ ਕੋਈ ਉਹੋ ਜਿਹੇ ਉਪਦੇਸ਼, ਸੰਦੇਸ਼, ਬਚਨ, ਖਿਆਲ ਲਗਾਤਾਰ ਪੜ੍ਹੀਏ, ਸੁਣੀਏ, ਸੁਰਤ ਵਿੱਚ ਪਾਈਏ, ਜਿਹੜੇ ਦੱਸਣ ਕੀ ਇਸ ਮਨ ਵਿੱਚ ਆਉਣਾ ਚਾਹੀਦਾ, ਕੀ ਨਹੀਂ ਆਉਣਾ ਚਾਹੀਦਾ, ਕਿਹੋ ਜਿਹੇ ਥਾਟਸ ਜਿਹੜੇ ਨੇ ਉਹਨਾਂ ਨੂੰ ਵੈਲਕਮ ਕੀਤਾ ਜਾਏ, ਕਿਹੋ ਜਿਹੇ ਥਾਟਸ ਜਿਹੜੇ ਨੇ ਉਹਨਾਂ ਨੂੰ ਜੀ ਆਇਆਂ ਨਾ ਕੀਤਾ ਜਾਏ। ਬਾਬਾ ਜੀ ਕਹਿੰਦੇ ਇਹ ਕਰਮ ਤੂੰ ਨਹੀਂ ਕਰੇਗਾ ਤੇ ਫਿਰ ਦੁਖੀ ਹੋਏਗਾ ਆਪਣੀ ਮਿਜ਼ਰੀ ਤੋਂ, ਆਪਣੀ ਮੈਡਨੈਸ ਤੋਂ, ਕੋਈ ਹੋਰ ਜ਼ਿੰਮੇਵਾਰ ਨਹੀਂ ਹੈਗਾ। ਕਦ ਤੱਕ ਕਰਮ ਕਮਾਵਣੇ ਦੋਸ਼ ਨਾ ਕਾਹੂੰ ਜੋਗ। ਫਿਰ ਅਗਲਾ ਬਚਨ ਹੈ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਪਰਮੇਸ਼ਰ ਤੇ ਭੁੱਲਿਆ, ਭੁੱਲ ਜਾਏ ਪਰਮੇਸ਼ਰ ਸਾਨੂੰ, ਪਰਮੇਸ਼ਵਰੀ ਸਤਾ, ਸੁਪੀਰੀਅਰ ਆਲਮਾਈਟੀ ਅਕਾਲ ਪੁਰਖ ਵਾਹਿਗੁਰੂ। ਹੁਣ ਸਪੋਜ਼ ਇਸ ਤਰ੍ਹਾਂ ਜਾਣੋ ਕਿ ਮੇਰੇ ਬੜੇ ਪਿਆਰੇ ਸੱਜਣ ਹੈਗੇ ਨੇ, ਅਤੇ ਉਹ ਕਹਿੰਦੇ ਕਿ ਕਈ ਵਾਰ ਅਸੀਂ ਸੋਚਦੇ ਹਾਂ ਉਹ ਟੂਡੇ ਇਜ਼ ਮਾਈ ਵੈਰੀ ਬੈਡ ਡੇ, ਯੂ ਨੋ, nothing is happening according to my plans, all these, and we always if we have this kind of experience, then usually we actually feel very bad. ਕਹਿੰਦੇ ਕਿ ਮੈਂ ਤੁਹਾਨੂੰ ਦੱਸਦਾ ਹਾਂ, ਇੱਕ ਵਾਰ ਕੀ ਹੋਇਆ ਕਿ ਮੈਂ ਸਵੇਰੇ ਬੜੀ ਕਾਹਲੀ ਦੇ ਨਾਲ ਘਰੋਂ ਨਿਕਲਿਆ, ਅਤੇ ਮੈਂ ਕੁਝ ਬਿਲਸ ਵਗੈਰਾ ਪੇ ਕਰਨੇ ਸੀਗੇ। ਉਹ ਇੰਗਲੈਂਡ ਰਹਿੰਦੇ, ਲੰਡਨ ਦੇ ਵਿੱਚ, ਕਹਿੰਦੇ ਟ੍ਰੈਫਿਕ ਬੜਾ, ਤੁਹਾਨੂੰ ਪਤਾ ਇੱਥੇ ਮਤਲਬ ਨਾਈਟ ਮੇਅਰ ਹੁੰਦਾ ਆ। ਖੈਰ ਮੈਂ ਥੋੜ੍ਹਾ ਨਿਕਲਦਿਆਂ ਲੇਟ ਹੋ ਗਿਆ, ਫਿਰ ਵੀ ਮੈਂ ਸੋਚਿਆ ਕੋਈ ਨਾ, ਔਨ ਟਾਈਮ ਆ, ਪਹੁੰਚ ਜਾਣਾ ਮੈਂ ਆਲ ਦਾ ਵੇ ਜਿੱਥੇ ਜਾਣਾ ਸੀ ਪਹੁੰਚਿਆ, ਗੱਡੀ ਪਾਰਕ ਕੀਤੀ, ਪਾਰਕ ਕਰਕੇ ਬਾਹਰ ਨਿਕਲਿਆ, ਅਤੇ ਬਾਹਰ ਨਿਕਲਿਆ ਅਤੇ ਬਿਲਕੁਲ ਜਿੱਥੇ ਮੈਂ ਆਪਣੇ ਕੁਝ ਪੇਮੈਂਟਸ ਵਗੈਰਾ ਕਰਨੀਆਂ ਨੇ ਉੱਥੇ ਜਾ ਖੜ੍ਹਾ, ਅਤੇ ਜਿੰਨੀ ਦੇਰ ਤੱਕ ਲਾਈਨ ਕਾਫੀ ਲੰਮੀ ਹੈ, ਮੈਂ ਕਿਹਾ ਕੋਈ ਨਾ ਨੰਬਰ ਆ ਜਾਏਗਾ। ਵੇਟ ਕੀਤੀ, ਤੋੜ ਬਿਲਕੁਲ ਕਹਿ ਲਓ ਕਿ ਜਿਸ ਨੇ ਮੈਨੂੰ ਅਟੈਂਡ ਕਰਨਾ ਉਹਦੇ ਕੋਲ ਪਹੁੰਚ ਗਿਆ। ਮੈਂ ਆਪਣੀ ਪੋਕਟ 'ਚ ਹੱਥ ਪਾਇਆ, ਮੈਂ ਆਪਣਾ ਪਰਸ ਭੁੱਲ ਗਿਆ। ਓ ਮਾਈ ਗੋਸ਼, ਓਹ ਇਹ ਤਾਂ ਬੜਾ ਬੈਡ ਡੇ ਹੈ ਨਾ, ਪਰਸ ਭੁੱਲ ਗਿਆ। ਖੈਰ ਉਸ ਲਾਈਨ 'ਚੋਂ ਬਾਹਰ ਨਿਕਲਿਆ, ਬਾਹਰ ਆਇਆ, ਮਹਿਸੂਸ ਹੋਇਆ ਵੀ ਉਹ ਇਹ ਤਾਂ ਬੜਾ ਗੜਬੜ ਹੋ ਗਈ। ਖੈਰ ਦੁਬਾਰਾ ਗੱਡੀ ਸਟਾਰਟ ਕੀਤੀ, ਵਾਪਸ ਆ ਗਿਆ। ਵਾਪਸ ਆਇਆ ਅਤੇ ਆਉਂਦਿਆਂ ਨੂੰ, ਘਰ ਆਉਂਦਿਆਂ ਨੂੰ ਕਹਿੰਦੇ ਨੇ ਕਿ ਵਾਈਫ ਨੇ ਕੁਝ ਜਿਹੜਾ ਹੈਗਾ ਕੰਮ ਕਾਰ ਕਿਹਾ ਸੀਗਾ ਉਹ ਕਰਨ ਵਾਲਾ, ਉਹ ਆਉਂਦਿਆਂ ਨੂੰ ਉਹ ਪਲਾਨ ਕਰਕੇ ਬੈਠੀ ਸਾਰਾ। ਮੈਂ ਕਿਹਾ ਵੀ ਪਹਿਲਾ ਪਲਾਨ ਤੇ ਜਿਹੜਾ ਚੌਪਟ ਹੋ ਗਿਆ, ਹੁਣ ਦੂਸਰਾ ਪਲਾਨ ਤੇਰੇ ਵਾਲਾ ਕਰ ਲੈਂਦੇ ਹਾਂ ਕਿਸੇ ਤਰੀਕੇ ਦੇ ਨਾਲ। ਉਹਦਾ ਪਲਾਨ ਕਰਨ ਲੱਗੇ ਅਤੇ ਉਹਦੇ ਵਿੱਚ ਕਿਸੇ ਨਾਲ ਮੀਟਿੰਗ ਸੀਗੀ, ਸਭ ਕੁਝ। ਉਹ ਸੱਜਣਾ ਦੇ ਕੋਲ ਜਿੱਥੇ ਜਾ ਕੇ ਮਿਲਣਾ ਸੀਗਾ ਕਿਸੇ ਘਰੇ ਉਸ ਰੂਪ ਵਿੱਚ, ਉੱਥੇ ਪਹੁੰਚੇ ਅਤੇ ਉਹ ਅਗਲੇ ਕਹਿੰਦੇ ਵੀ ਨਹੀਂ ਜੀ ਸਾਡਾ ਤਾਂ ਪ੍ਰੋਗਰਾਮ ਆਲਰੇਡੀ ਬਦਲ ਗਿਆ ਸੀ, ਤੁਹਾਨੂੰ ਮੈਸੇਜ ਭੇਜੇ, ਤੁਹਾਨੂੰ ਮਿਲਿਆ ਨਹੀਂ ਗਾ। ਉਹ ਸੈਕਿੰਡ ਉਹ ਕਹਿੰਦੇ ਹੋਇਆ ਕਿ ਸ਼ਾਮ ਤੱਕ ਆਉਂਦਿਆਂ ਆਲਮੋਸਟ ਕੋਈ ਵੀ ਕੰਮ ਨਹੀਂ ਹੋਇਆ, ਅਤੇ ਵਾਈਫ ਵਾਜ਼ ਅਪਸੈਟ, ਆਈ ਵਾਜ਼ ਅਪਸੈਟ ਟੂ। ਅਤੇ ਤਾਂ ਹੀ ਤਾਂ ਮੈਂ ਲੰਘ ਰਿਹਾ, ਅਤੇ ਸਾਹਮਣੇ ਮਠਿਆਈ ਵਾਲੀ ਦੁਕਾਨ ਸੀਗੇ। ਮੈਂ ਗੱਡੀ ਖੜੀ ਕੀਤੀ ਅਤੇ ਵਾਈਫ ਕਹਿੰਦੀ ਕੀ ਹੈ? ਮੈਂ ਕਿਹਾ ਵੇਟ ਕਰ, ਮੈਨੂੰ ਥੋੜ੍ਹਾ ਕੰਮ ਯਾਦ ਆਇਆ। ਅੰਦਰੋਂ ਗਿਆ, ਕੁਝ ਮਠਿਆਈ ਖਰੀਦੀ, ਮਠਿਆਈ ਖਰੀਦ ਕੇ ਅਤੇ ਆਪਣੀ ਗੱਡੀ 'ਚ ਆ ਕੇ ਵਾਪਸ ਬੈਠਿਆ, ਅਤੇ ਮੈਂ ਮਠਿਆਈ ਦਾ ਡੱਬਾ ਖੋਲ੍ਹ ਕੇ ਵਾਈਫ ਨੇ ਕਿਹਾ ਮੂੰਹ ਮਿੱਠਾ ਕਰ। ਉਹ ਕਹਿੰਦੀ ਕੀ ਗੱਲ ਹੋਈ? ਮੈਂ ਕਿਹਾ ਮੂੰਹ ਮਿੱਠਾ ਕਰ ਤੂੰ ਪਕੜ। ਉਹਨੇ ਮਠਿਆਈ ਥੋੜ੍ਹੀ ਲਈ, ਮੈਂ ਖਾਧੀ। ਕਹਿੰਦੀ ਵੀ ਹੋਇਆ ਕੀ? ਕਹਿੰਦਾ ਕੁਛ ਨਹੀਂ। ਮੈਂ ਸੋਚਿਆ ਅੱਜ ਦਾ ਪੂਰਾ ਦਿਨ ਕੁਛ ਵੀ ਨਹੀਂ ਹੋਇਆ, ਅੱਜ ਸੈਲੀਬ੍ਰੇਟ ਕਰਦੇ ਹਾਂ। ਉਹ ਵੀ ਹੱਸ ਪਈ, ਮੈਂ ਵੀ ਹੱਸ ਪਿਆ। ਅਸੀਂ ਘਰ ਆਏ, ਆ ਕੇ ਅਸੀਂ ਸ਼ਾਮ ਦਾ ਰਹਿਰਾਸ ਸਾਹਿਬ ਦਾ ਪਾਠ ਕੀਤਾ, ਅਤੇ ਉਹ ਕਹਿੰਦੀ ਵੀ ਉਹ ਮਤਲਬ ਦੇਖਿਆ ਨਾ ਅੱਜ ਤੁਸੀਂ ਛੁੱਟੀ ਕੀਤੀ ਸੀ, ਸਾਰੇ ਕੰਮ ਰਹਿ ਗਏ ਇਸ ਤਰੀਕੇ ਨਾਲ। ਮੈਂ ਕਿਹਾ ਭਲੀ ਲੋਕੇ ਵਾਹਿਗੁਰੂ ਦੀ ਮਰਜ਼ੀ ਹੈ, ਆਰਾਮ ਨਾਲ ਸੌਂ।
ਜਦੋਂ ਹੋਣਾ ਹੋਏਗਾ ਹੋ ਜਾਏਗਾ, ਕਿਹੜੀ ਗੱਲ ਹੈ। ਕੱਲ ਨੂੰ ਫਿਰ ਐਫਰਟ ਪਾਵਾਂਗੇ ਆਪਾਂ ਆਪਣੇ ਕੰਮਾਂ ਤੇ, ਅਗਲੇ ਹਫ਼ਤੇ ਦਾ ਪ੍ਰੋਗਰਾਮ ਬਣਾ ਲਵਾਂਗੇ। ਸਭ ਕੁਝ ਵਾਹਿਗੁਰੂ ਤੇ ਛੱਡ ਕੇ ਵਾਹਿਗੁਰੂ ਦਾ ਨਾਮ ਲੈ ਕੇ ਸੋ ਗਏ, ਬੜੇ ਹੈਲਦੀ ਰਹੇ। ਬਾਈ ਚਾਂਸ ਗੱਲ ਇਹ ਹੋ ਰਹੀ ਸੀ ਉਹਨਾਂ ਨਾਲ ਕਿ ਉਮਰ ਦੇ ਇਸ ਪੜਾਅ ਤੇ ਆ ਗਏ ਹੋ, ਕੋਈ ਗੋਲੀ ਨਹੀਂ ਖਾ ਰਹੇ ਹੋ, ਨਾ ਬਲੱਡ ਪ੍ਰੈਸ਼ਰ ਦੀ, ਨਾ ਕੋਈ ਕੋਲੈਸਟਰੋਲ ਦੀ, ਨਾ ਕੋਈ ਸ਼ੂਗਰ ਦੀ, ਨਾ ਕੁਝ। ਤੁਹਾਡੀ ਏਜ ਦੇ ਓਪਨ ਹਾਰਟ ਸਰਜਰੀਜ਼ ਵੀ ਹੋ ਗਈਆਂ ਨੇ, ਆਰਟਰੀ ਬਲੋਕ ਹੋ ਗਈਆਂ, ਕਿਤੇ ਕਿੱਥੋਂ ਹੋਣਗੀਆਂ। ਆਪਾਂ ਤੇ ਜਿੱਥੇ ਦੁੱਖ ਵੀ ਆਏ, ਤਕਲੀਫ ਵੀ ਆ, ਉਹਨੂੰ ਵੀ ਸੈਲੀਬ੍ਰੇਟ ਕਰ ਲਈਦਾ। ਕਹਿੰਦੇ ਉਹਨੇ ਮੈਨੂੰ ਆ ਸਾਰੀ ਕਹਾਣੀ ਸੁਣਾਈ, ਕਹਿੰਦਾ ਇਸ ਰੂਪ ਦੇ ਵਿੱਚ ਹੁੰਦਾ ਕਿਉਂ? ਕਿਉਂਕਿ ਹਾਇਰ ਅਥਾਰਟੀ ਹੈ, ਕਰਨ ਕਰਾਉਣ ਵਾਲਾ ਆਪੇ ਆਪ ਹੈ। ਮੈਂ ਕੌਣ ਹੁੰਦਾ ਵਾ? ਤੇ ਜਿਹਨੇ ਇਹੀ ਭੁਲਾ ਦਿੱਤਾ, ਜਿਹਨੇ ਸਾਰਾ ਵਜਨ ਆਪਣੇ ਮੋਢਿਆਂ ਤੇ ਚੁੱਕ ਲਿਆ, ਵੀ ਮੈਂ ਹੀ ਕਰਨਾ ਆ। ਜੇ ਕਿਤੇ ਸੱਜੇ ਖੱਬੇ ਨਾ ਹੋਇਆ, ਮੇਰਾ ਪਲਾਨ ਨਾ ਚੱਲਿਆ, ਸੌਰੀ ਫਿਰ ਬਾਤ ਕਰਾਂ। ਅਸੀਂ ਇੱਕ ਵਾਰੀ ਕੁਝ ਸਾਲ ਪਹਿਲਾਂ ਕੈਂਪ ਤੇ ਗਏ, ਬੱਚਿਆਂ ਨੂੰ ਨਾਲ ਲੈ ਕੇ, ਕੁਝ ਫੈਮਿਲੀ ਸੀਗੀਆਂ, ਅਸੀਂ ਪਲਾਨ ਕੀਤਾ। ਜਿਹੜਾ ਨੇ ਕੈਂਪ ਔਰਗੇਨਾਈਜ਼ ਕਰਨਾ ਸੀਗਾ, ਅਸਲ 'ਚ ਕੈਂਪ ਸਾਡਾ ਸੀਗਾ ਮਤਲਬ ਜਸਟ ਇੱਕ ਰੈਕ੍ਰੀਏਸ਼ਨ ਵਰਕ ਵਾਸਤੇ, ਕਿ ਚਲੋ ਲੈਟਸ ਹੈਵ ਲਿਟਲ ਬਿਟ ਲੈਸ ਸਟ੍ਰੈਸ, ਇੰਜੋਏ ਸਮ ਟਾਈਮ, ਸਮਰ ਟਾਈਮ ਦੇ ਵਿੱਚ। ਅਸੀਂ ਕਾਟੇਜਸ ਵਗੈਰਾ ਬੁੱਕ ਕੀਤੀਆਂ, ਸਾਰਾ ਓਕੇ, ਠੀਕ ਹੈ ਜੀ, ਸਾਰਾ ਕੁਛ ਹੋ ਗਿਆ। ਜਦੋਂ ਉੱਥੇ ਪਹੁੰਚੇ ਤੇ ਉੱਥੇ ਜਾ ਕੇ ਪਹਿਲਾਂ ਹੀ ਅਸੀਂ ਮੀਲ ਪ੍ਰਪੇਅਰ ਕਰਨ ਲੱਗੇ, ਇਕੱਠੇ ਹੋ ਕੇ ਸਾਰੇ। ਜਦੋਂ ਪਹਿਲਾ ਮੀਲ ਪ੍ਰਪੇਅਰ ਕਰਨ ਲੱਗੇ ਤੇ ਜਿਨ੍ਹਾਂ ਨੂੰ ਇੰਚਾਰਜ ਬਣਾਇਆ ਸੀਗਾ ਸਾਰੇ ਉਸ ਰੂਪ ਦੇ 'ਚ, ਉਹਨਾਂ ਨੇ ਲਿਸਟ ਕੱਢੀ, ਐਨ ਮਾਰਕ ਕੀਤਾ ਵੀ ਆਹ ਚੀਜ਼, ਇੱਕ ਚੀਜ਼ ਮਿਸ ਹੋ ਗਈ। ਓ ਹੋ ਮਾਈ ਗੁੱਡਨੈਸ, ਇਵੇਂ ਕਿਵੇਂ ਹੋ ਸਕਦਾ? ਨਾਓ ਆਈ ਹੈਵ ਟੂ ਗੋ ਬੈਕ ਟੂ ਸ਼ਾਪ ਐਂਡ ਆਲ ਦੈਟ। ਉਹ ਮੈਂ ਜਦੋਂ ਸਾਰਾ ਕੁਝ ਦੇਖਿਆ ਤੇ ਮੈਂ ਕਿਹਾ ਵੀਰ ਜੀ ਕਿਹੜੇ ਚੱਕਰ 'ਚ ਪੈ ਗਏ ਹੋ? ਅਸਲ 'ਚ ਆਏ ਤੇ ਇੱਥੇ ਰਿਲੈਕਸ ਕਰਨ ਵਾਸਤੇ ਆ। ਜੇ ਇਤਨੀ ਹੀ ਜ਼ਿਆਦਾ, ਪਰ ਕਹਿੰਦੇ ਮੈਨੂੰ ਲੱਗ ਰਿਹਾ ਵੀ ਮੈਂ ਕਿਵੇਂ ਭੁੱਲ ਗਿਆ। ਮੈਂ ਕਿਹਾ ਕੋਈ ਰੱਬ ਥੋੜਾ ਹੈਗਾ, ਇਹ ਤੇ ਬੰਦੇ ਦੀ ਸੁਰਤ ਆ ਕਿਸੇ ਚੀਜ਼ ਨੂੰ। ਬਲਕਿ ਇਹ ਤੇ ਬੜੀ ਵਧੀਆ ਕਲਾਸੀਕਲ ਐਗਜ਼ਾਮਪਲ ਆ ਵੀ ਵੀ ਆਰ ਆਲ ਐਕਚੁਅਲੀ ਫੁੱਲ ਵਿਦ ਐਰਰਸ, ਮਿਸਟੇਕਸ ਐਂਡ ਆਲ ਦੀਸ ਥਿੰਗਸ। ਵਾਹਿਗੁਰੂ ਤੇ ਛੱਡੋ, ਕਿਹੜੀ ਗੱਲ ਹੈ। ਜਿਹਨੇ ਬੰਦੇ ਨੇ ਇਹੀ ਭੁਲਾ ਦਿੱਤਾ ਕਿ ਮੈਂ ਸਿਰਫ ਇਨਸਾਨ ਹਾਂ, ਮੈਂ ਸਿਰਫ ਬੰਦਾ ਹਾਂ, ਮੈਂ ਸਿਰਫ ਮਨੁੱਖ ਹਾਂ, ਮੈਂ ਉਸ ਹਾਇਰ ਅਥਾਰਟੀ ਦਾ ਇੱਕ ਛੋਟਾ ਜਿਹਾ ਪਰਛਾਵਾਂ, ਛੋਟਾ ਜਿਹਾ ਅਦਨਾ ਜਿਹਾ ਮਤਲਬ ਉਹਦਾ ਰੂਪ ਆ। ਉਹੀ ਮੈਨੂੰ ਚਲਾਉਣ ਵਾਲਾ, ਅਕਲ ਦੇਣ ਵਾਲਾ, ਸੋਝੀ ਦੇਣ ਵਾਲਾ ਆ। ਬੰਦੇ ਨੇ ਇਹ ਚੀਜ਼, ਕਨੈਕਸ਼ਨ ਤੋੜ ਲਿਆ। ਮਹਾਰਾਜ ਕਹਿੰਦੇ ਫਿਰ ਸਾਰੇ ਰੋਗ ਤੇਰੇ ਕੋਲ ਆ ਰਹੇ ਨੇ, ਚਿੰਤਾ ਨਾ ਕਰ ਤੂੰ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਅੱਜ ਕਿਹਾ ਜਾ ਰਿਹਾ ਹੈ, ਕੈਂਸਰ ਦਾ ਗ੍ਰਾਫ ਕਿੱਥੇ ਵੱਧ ਗਿਆ ਆ। ਆਪ ਕੈਨੇਡਾ ਦੀ ਹਾਲਤ ਦੇਖੋ ਕਿ ਹਰ ਇੱਕ ਦੂਸਰੇ ਕੈਨੇਡੀਅਨ ਨੂੰ ਅੱਜ ਦੇ ਡਾਟੇ ਦੇ ਮੁਤਾਬਕ, ਅੱਜ ਦਾ ਡਾਟਾ ਜਿਹੜਾ ਆ, ਅੱਜ ਦਾ 2 ਸਾਲ ਪਹਿਲਾਂ ਜਿਹੜਾ ਰਿਲੀਜ਼ ਹੋਇਆ ਕੋਵਿਡ ਕਰਕੇ, ਤੇ ਹੁਣ ਸਾਰਾ ਕੁਝ ਹੀ ਜਿਹੜਾ ਹੈਗਾ ਹੋਲਡ ਹੋਇਆ ਆ, ਹਰ ਇੱਕ ਦੂਸਰੇ ਕੈਨੇਡੀਅਨ ਨੂੰ ਲਾਈਫ ਟਾਈਮ ਦੇ ਵਿੱਚ ਕੈਂਸਰ ਸਟ੍ਰਾਈਕ ਕਰੇਗਾ, ਹੋਏਗਾ, ਪੱਕਾ ਡਾਟਾ ਆ। 50% population will get exposure of cancer। ਉਹ ਕਹਿੰਦੇ ਘਬਰਾਉਣ ਦੀ ਲੋੜ ਨਹੀਂ ਹੈ, ਸਾਡੇ ਕੋਲ ਸਿਸਟਮ ਵਧੀਆ, ਸਭ ਕਾਸੇ ਨੇ, ਕਿਉਰਿੰਗ ਹੋ ਸਕਦੀ, ਸਭ ਚੀਜ਼ਾਂ ਹੋ ਸਕਦੀਆਂ। ਹਾਂ, ਲਾਈਫ ਐਕਸਪੈਕਟੈਂਸੀ ਘਟੇਗੀ, ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ, ਤਕਲੀਫ ਵੀ ਹੋਏਗੀ, ਇਹ ਚੀਜ਼ਾਂ ਹੋਣਗੀਆਂ, ਪਰ ਇਹ ਪੱਕਾ ਆ। ਜੇ ਇਹਦੇ ਪਿੱਛੇ ਦੇਖੀਏ ਜਾ ਕੇ, ਅਸੀਂ ਕਵਾਂਗੇ ਰੇਡੀਏਸ਼ਨ ਬਹੁਤ ਹੈ, ਕੈਮੀਕਲ ਐਕਸਪੋਜ਼ਰ ਨੇ, ਬਹੁਤ ਸਾਰੀਆਂ ਹੋਰ ਚੀਜ਼ਾਂ ਨੇ, ਪਰ ਆਪ ਅਹਿਸਾਸ ਕਰੋ। ਮੇਰੇ ਬੜੇ ਸਕਾਲਰ ਪ੍ਰੋਫੈਸਰ ਨੇ, ਅਤੇ ਮੈਂ ਰੀਸੈਂਟਲੀ ਕੁਝ ਅਸੀਂ ਰਿਫਰੈਸ਼ਮੈਂਟ ਰਿਲੇਟਡ ਕੋਰਸ ਕਰ ਰਹੇ ਸੀਗੇ। ਉਹਨਾਂ ਨੇ ਇੱਕ ਸਟੋਰੀ ਸੁਣਾਈ ਟੋਰਾਂਟੋ ਸਿਟੀ ਦੀ। ਉਹ ਕਹਿੰਦੇ ਕਿ ਮੈਂ ਇੱਕ ਫਿਊਨਰਲ 'ਤੇ ਹਾਂ, ਅਤੇ ਫਿਊਨਰਲ ਦੇ ਉੱਤੇ ਗਿਆ ਅਤੇ ਬੜੀ ਅਰਲੀ ਏਜ 'ਚ ਬੰਦੇ ਦੀ ਡੈਥ ਹੋ ਗਈ। ਅਤੇ ਜੈਨੇਟਿਕ ਕੋਈ ਰੀਜ਼ਨ ਨਹੀਂ ਗਾ ਉਹਨੂੰ, ਜਿਹੜਾ ਹੈਗਾ ਕੁਛ ਉਹਦੇ ਜਿਹੜਾ ਸਾਡਾ ਮੈਟਾਬੋਲਿਜ਼ਮ ਦਾ ਸਿਸਟਮ ਹੁੰਦਾ ਆ, ਇਹਦੇ 'ਚ ਕੁਝ ਕੈਂਸਰ ਕਿਉਰ ਹੋਇਆ, ਕੁਝ ਕੈਂਸਰ ਜਿਹੜਾ ਹੈਗਾ ਉਹ ਹੋਇਆ, ਅਤੇ ਆਟੋ ਇਮਿਊਨ ਡਿਜ਼ੀਜ਼ ਦੇ ਸਿਸਟਮ ਦੇ ਜਾ ਕੇ ਤੋਂ ਸਾਰਾ ਉਸ ਰੂਪ ਦੇ ਵਿੱਚ ਜਿਹੜਾ ਹੈ ਉਹ ਬਿਮਾਰ ਹੋ ਕੇ ਉਹਦੀ ਡੈਥ ਹੋ ਗਈ। ਜਦੋਂ ਉੱਥੇ ਸਾਰੀ ਗੱਲਬਾਤ ਹੋ ਰਹੀ, ਅਤੇ ਗੱਲਬਾਤ ਦੇ ਦੌਰਾਨ ਇੱਕ ਸੱਜਣ ਆਏ, ਕਹਿੰਦਾ ਵੀ ਇਹ ਬੰਦਾ ਬਹੁਤ ਵਧੀਆ ਸੀਗਾ, ਬੜਾ ਪਿਆਰਾ ਬੰਦਾ ਸੀਗਾ। ਕਿਤੇ ਕੀ ਹੋਇਆ? ਕਹਿੰਦਾ ਇਹ ਹਰ ਰੋਜ਼ 2 ਡਿਨਰ ਕਰਦਾ ਹੁੰਦਾ ਸੀ, ਕਿਉਂਕਿ ਇਹਦੀ ਮਾਂ ਦੀ ਅਤੇ ਇਹਦੀ ਸੱਸ ਦੀ ਆਪਸ ਵਿੱਚ, ਇਹਦੀ ਵਾਈਫ ਦੀ ਅਤੇ ਇਹਦੀ ਮਾਂ ਦੀ ਬਣਦੀ ਨਹੀਂ ਸੀਗੀ।
ਇਹ ਵਿੱਚ ਦੋਨਾਂ ਦੇ ਬ੍ਰਿਜ ਸੀਗਾ ਇੱਕ ਤਰ੍ਹਾਂ ਦੇ ਨਾਲ। ਤੇ ਇਹਨੇ ਕੀ ਕਰਨਾ, ਜਦੋਂ ਆਪਣੀ ਕਲੀਨਿਕ ਤੋਂ ਜਾਣਾ, ਪਹਿਲਾਂ ਜਾ ਕੇ ਆਪਣੀ ਮਾਂ ਨੂੰ ਜਾ ਕੇ ਹਾਏ ਹੈਲੋ ਕਰਨੀ, ਉਹਦੇ ਕੋਲੋਂ ਡਿਨਰ ਕਰਨਾ, ਫਿਰ ਵਾਈਫ ਕੋਲ ਜਾਣਾ, ਫਿਰ ਵਾਈਫ ਕੋਲ ਜਾ ਕੇ ਡਿਨਰ ਕਰਨਾ। ਉਹ ਕਹਿੰਦਾ ਰਾਈਟ ਵੇ ਆਈ ਸ਼ੂਕ ਮਾਈ ਹੈਡ, ਓ ਮਾਈ ਗॉश, ਆਈ ਗॉट ਦ ਆਈਡੀਆ ਵਾਈ ਹੀ ਵਾਜ਼ ਸਫਰਿੰਗ ਵਿਦ ਦਿਸ ਟਾਈਪ ਆਫ ਡਿਜ਼ੀਜ਼। ਬੰਦਾ ਸਭ ਕੁਝ ਆਪਣੇ ਤੇ ਲੈ ਗਿਆ, ਆਪਣੇ ਤੇ ਲੈ ਗਿਆ, ਸੱਚ ਬੋਲ ਹੀ ਨਹੀਂ ਪਾਇਆ, ਦੱਸ ਹੀ ਨਹੀਂ ਪਾਇਆ ਵੀ ਮੈਂ ਸਫਰ ਕਰ ਰਿਹਾ ਭਾਈ। ਇਹ ਅਹਿਸਾਸ ਹੀ ਨਹੀਂ ਕਰਾ ਪਾਇਆ ਭਾਈ ਤੁਸਾਂ ਵੀ ਆਪਣੇ ਆਪ ਨੂੰ ਦੁਰਸਤ ਕਰਨਾ ਹੈ, ਰੱਬ ਦੀ ਰਜ਼ਾ ਸਾਰਿਆਂ ਨੂੰ ਰਾਜੀ ਰਹਿਣਾ ਆ। ਜਿਹੜੀ ਕਿ ਨਾ ਮੈਂ ਪਹਿਲਾਂ ਬਾਤ ਕੀਤੀ ਕਿ ਜਿਹੜੀ ਸੈਲਫ ਰਿਸਪੌਂਸਿਬਿਲਿਟੀ ਹੁੰਦੀ, ਇਹਨੂੰ ਜਿਹੜਾ ਹੈਗਾ ਇਹ ਕਰਮ ਜਿਹੜਾ ਆਪਣੇ ਉਸ ਲੈਵਲ ਤੇ ਰਹਿਣਾ, ਕਿਸੇ ਹੋਰ ਨੂੰ ਦੋਸ਼ ਨਾ ਦੇ, ਆਪਣੇ ਆਪ ਨੂੰ ਸੰਭਾਲ, ਜਿੱਥੇ ਤੇਰੀ ਜ਼ਿੰਮੇਵਾਰੀ ਬਣਦੀ ਉਹਨੂੰ ਲੈ, ਸੱਚ ਬੋਲ। ਹੁਣ ਇਹ ਸਾਰਾ ਕੁਝ ਤਾਂ ਹੋ ਸਕੇਗਾ ਜੇ ਬੰਦਾ ਡਰ ਤੋਂ ਬਾਹਰ ਨਿਕਲੇਗਾ, ਜੇ ਮੈਂ ਸੱਚ ਬੋਲਿਆ ਤੇ ਗੜਬੜ ਬਹੁਤ ਹੋ ਜਾਏਗੀ, ਮੇਰੀ ਤੇ ਮਾਂ ਨਾਰਾਜ਼ ਹੋ ਜਾਏਗੀ, ਮੇਰੀ ਤੇ ਵਾਈਫ ਨਾਰਾਜ਼ ਹੋ ਜਾਏਗੀ, ਫਿਰ ਕੀ ਕੀਤਾ ਜਾਏ। ਓਪਰੈਸ ਹੋਈ ਜਾ, ਓਪਰੈਸ ਹੋਈ ਜਾ। ਪਰਮੇਸ਼ਰ ਭੁਲਾਤਾ ਤੂੰ, ਉਹਦਾ ਹੁਕਮ ਆ, ਸੱਚ ਵਿੱਚ ਰਹੋ। ਕਿਸੇ ਨੇ ਕਿਸ ਤਰੀਕੇ ਨਾਲ ਪਰਸੀਵ ਕਰਨਾ, ਕਿਸੇ ਨੇ ਕਿਸ ਤਰੀਕੇ ਨਾਲ ਆਪਣਾ ਉਸ ਮੈਸੇਜ ਨੂੰ ਪ੍ਰੋਸੈਸ ਕਰਨਾ, ਉਹਦੀ ਜ਼ਿੰਮੇਵਾਰੀ ਹੈ। ਮੈਂ ਤੇ ਰੱਬ ਦਾ ਬੰਦਾ, ਅਕਾਲ ਪੁਰਖ ਵਾਹਿਗੁਰੂ ਨੇ ਜੀਵਨ ਦਿੱਤਾ, ਉਹਦੀ ਰਜ਼ਾ ਵਿੱਚ ਰਾਜ਼ੀ ਰਹਿਣਾ, ਆਹ ਸੰਕਲਪ ਆ। ਰਜ਼ਾ ਵਿੱਚ ਰਾਜ਼ੀ ਰਹਿਣਾ ਜ਼ੁਲਮ ਸਹਿਣਾ ਨਹੀਂ ਗਾ, ਰਜ਼ਾ ਵਿੱਚ ਰਾਜ਼ੀ ਰਹਿਣਾ ਅਸੂਲਾਂ ਨੂੰ ਪਾਲਣਾ ਆ। ਜਿੱਥੇ ਬੰਦਾ ਤੇ ਇਹ ਹੋਏਗਾ ਤਾਂ ਜੇ ਪਰਮੇਸ਼ਰ ਦਾ ਅਹਿਸਾਸ ਸੁਰਤ 'ਚ ਹੋਏਗਾ, ਤੇ ਜੇ ਉਹਦਾ ਨਾਮ ਲਏਗਾ ਬੰਦਾ, ਹਰ ਰੋਜ਼ ਸਵੇਰੇ ਉੱਠ ਕੇ ਸ਼ਾਮ ਸੌਣ ਲੱਗਿਆ ਪੜ੍ਹੇਗਾ ਉਹਦੇ ਨਾਮ ਨੂੰ, ਕਹੇਗਾ ਹਾਂ ਮਾਲਕ ਮੈਂ ਤੇਰੀ ਜ਼ਿੰਦਗੀ ਤੇਰੇ ਹੁਕਮ ਵਿੱਚ ਚੱਲ ਰਹੀ ਹੈ, ਫਿਰ ਇੱਥੇ ਡਰ ਲੈ ਜਾਣਗੇ ਸਾਰੇ, ਇੱਥੇ ਰੋਗ ਘਟੇਗਾ, ਬਿਮਾਰੀ ਘਟੇਗੀ, ਤਾਬ ਘਟੇਗਾ, ਤੇ ਜੀਵਨ ਵਾਕਿਆ 'ਚ ਇੱਕ ਉਸ ਲੈਵਲ ਤੇ ਜਾਏਗਾ ਜਿੱਥੇ ਉਹਨੇ ਨੈਚੁਰਲ ਵੇ ਨਾਲ ਜੀਣਾ ਹੈ ਜੀਵਨ। ਮਹਾਰਾਜ ਕਹਿੰਦੇ ਤੂੰ ਭੁਲਾ ਪਰਮੇਸ਼ਰ ਨੂੰ, ਬਚਨ ਆਇਆ ਸਭ ਕਹਿੰਦੇ ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ, ਵੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ। ਜਨਮਾਂ ਜਨਮਾਂਤਰਾਂ ਦੇ ਵਿਜੋਗ ਝੋਲੀ ਵਿੱਚ ਪਾ ਲਏ ਬੰਦੇ। ਹੁਣ ਜਨਮਾਂ ਜਨਮਾਂਤਰਾਂ ਦੇ ਵਿਜੋਗ ਝੋਲੀ ਵਿੱਚ ਪਾਉਣ ਦਾ ਮਾਇਨਾ ਸਮਝੋ ਕਿ ਸਾਡੀਆਂ ਡਿਜ਼ਾਇਰਸ ਨੇ, ਜਿਹਨੂੰ ਸਾਹਿਬ ਨੇ ਕਿਹਾ ਸੀਗਾ ਕਿ ਜੁਗ ਜੁਗ ਮੇਰ, ਭਾਈ ਗੁਰਦਾਸ ਜੀ ਕਹਿੰਦੇ ਜੁਗ ਜੁਗ ਮੇਰ ਸਰੀਰ ਦਾ ਵਾਸ਼ਨਾ ਬੱਧਾ ਆਵੇ ਜਾਏ। ਆ ਜ਼ਿੰਦਗੀ ਜ਼ਿੰਦਗੀ ਦੇ ਵਿੱਚ ਕੁਝ ਵਾਸ਼ਨਾਵਾਂ ਪੂਰੀਆਂ ਨਹੀਂ ਹੋਈਆਂ, ਤੇ ਬੰਦਾ ਸਪੋਜ਼ ਕਰੋ ਮਤਲਬ ਆਲਮੋਸਟ ਮਿਡਲ ਏਜ 'ਚ ਪਹੁੰਚ ਗਿਆ। ਹੁਣ ਸੋਚਿਆ ਇਹ ਕਿ ਓਕੇ ਮਤਲਬ ਮੈਂ ਨਾ ਇਹ ਜਿਹੜੀਆਂ ਮੈਂ ਚੀਜ਼ਾਂ ਨਹੀਂ ਪ੍ਰਾਪਤ ਕਰ ਸਕਿਆ, ਮੇਰੇ ਬੱਚੇ ਪ੍ਰਾਪਤ ਕਰਨਗੇ, ਉਹਨਾਂ ਵਿੱਚ ਇਨਵੈਸਟ ਕਰਨ ਲੱਗ ਗਿਆ ਇਮੋਸ਼ਨਸ ਆਪਣੇ। ਹੁਣ ਹੋਇਆ ਕਿ ਥੋੜਾ ਹੋਰ ਏਜ ਅੱਗੇ ਗਈ, ਬੱਚੇ ਅਰਲੀ ਟੀਨ ਤੋਂ ਥੋੜਾ ਜਿਹੜਾ ਮਿਡ ਟੀਨ ਤੇ ਹੁਣ ਟੀਨ ਕ੍ਰਾਸ ਕਰਕੇ ਅਡਾਲਸੈਂਸ ਵਾਲੇ ਪਾਸੇ ਤੁਰ ਪਏ। ਪਤਾ ਲੱਗਾ ਓਹੋ ਇੱਥੇ ਵੀ ਡ੍ਰੀਮ ਪੂਰੀ ਤਰ੍ਹਾਂ ਨਹੀਂ ਜਿਹੜਾ ਹੈਗਾ ਸਾਕਾਰ ਹੋ ਰਹੇ। ਫਿਰ ਜੇ ਵਾਸ਼ਨਾ ਤੇ ਉਸੇ ਤਰ੍ਹਾਂ ਹੀ ਪਈ ਹੈ, ਕੋਈ ਗੱਲ ਨਹੀਂ, ਹੁਣ ਮੈਂ ਨਾ ਇਸ ਤੋਂ ਬਾਅਦ ਅਗਲੀ ਨੈਕਸਟ ਜਨਰੇਸ਼ਨ ਬਾਰੇ ਸੋਚਾਂਗੇ, ਇਸ ਤਰੀਕੇ ਨਾਲ ਹੋ ਗਿਆ। ਅਲਟੀਮੇਟਲੀ ਕਿਤੇ ਉੱਥੇ ਵੀ ਚੀਜ਼ ਨਾ ਬਣੀ, ਵਾਸ਼ਨਾ ਤਾਂ ਉੱਥੇ ਹੀ ਪਈ ਹੈ। ਹੁਣ ਕੀ ਹੋਏਗਾ, ਹੁਣ ਬੰਦਾ ਵਾਪਸ ਆਏਗਾ। ਇਹ ਹੈ ਜਨਮਾਂ ਜਨਮਾਂਤਰਾਂ ਦੇ ਵਿਜੋਗ, ਤੇ ਇਹ ਪੈਂਦੇ ਇਹਨੂੰ ਰੀਇਨਕਾਰਨੇਸ਼ਨ ਦੇ ਅੰਡਰ ਲਿਆਂਦਾ ਜਾਂਦਾ ਹੈਗਾ। ਬੰਦਾ ਆਪਣੀ ਸੁਰਤ 'ਚ ਹੀ ਆਪਣਾ ਆਉਣ ਵਾਲਾ ਜਿਹੜਾ ਹੈਗਾ ਉਹ ਸਫ਼ਰ ਤੈਅ ਕਰਕੇ ਅੱਗੇ ਵੱਧ ਰਿਹਾ। ਇਹਨੂੰ ਬਕੌਲ ਮਸਕੀਨ ਜੀ ਕਿਹਾ ਜਾਏ ਤੇ ਉਹ ਕਹਿੰਦੇ ਹੁੰਦੇ ਸੀ, ਉਹ ਕਹਿੰਦੇ ਸਪੋਜ਼ ਕਰੋ ਇੱਕ ਬੰਦਾ ਰਾਤ ਨੂੰ ਸੈਕੰਡ ਫਲੋਰ ਤੇ ਸੁੱਤਾ ਜਾਂ ਗਰਾਊਂਡ ਫਲੋਰ ਤੇ ਸੁੱਤਾ, ਬੇਸਮੈਂਟ 'ਚ ਸੁੱਤਾ, ਜਦੋਂ ਸਵੇਰ ਹੋਏਗੀ ਕਿੱਥੋਂ ਉੱਠੇਗਾ? ਜੇ ਬੇਸਮੈਂਟ 'ਚ ਸੁੱਤਾ ਤੁਸੀਂ ਸੋਚੋ ਸੈਕੰਡ ਫਲੋਰ ਤੇ ਜਾ ਕੇ ਉੱਠੇਗਾ? ਨਹੀਂ, ਜਿੱਥੇ ਸੁੱਤਾ ਉੱਥੇ ਹੀ ਉੱਠੇਗਾ। ਜਿੱਥੇ ਸਫ਼ਰ ਮੁੱਕਿਆ ਹੈ ਅਗਲਾ ਸਫ਼ਰ ਉੱਥੋਂ ਹੀ ਸ਼ੁਰੂ ਹੋ ਜਾਏਗਾ। ਜਿਹੋ ਜੀ ਵਾਸ਼ਨਾ ਦੇ ਨਾਲ ਇਹ ਜੀਵਨ ਵਿੱਚ ਜਾਂਦਿਆਂ ਜਾਂਦਿਆਂ ਸਫ਼ਰ ਮੁੱਕਿਆ, ਅਗਲਾ ਸਫ਼ਰ ਉਹਦੇ ਨਾਲ ਹੀ ਉੱਥੋਂ ਸ਼ੁਰੂ ਹੋ ਗਿਆ। ਮਹਾਰਾਜ ਨੇ ਇੱਥੇ ਬਿਆਨ ਕੀਤਾ ਜਦੋਂ ਅਸੀਂ ਉਤ ਵਿਜੋਗ ਵਿੱਚ ਜੀਵਾਂਗੇ, ਭਾਵ ਜੀਵਨ ਇੱਕ ਪਦਾਰਥਵਾਦੀ ਸੋਚ ਦੇ ਅੰਦਰ ਹੋਏਗਾ, ਡਿਜ਼ਾਇਰਸ ਜਿਹੜੀਆਂ ਨੇ ਉਹ ਰਿਫਲੈਕਟ ਆਲੇ ਦੁਆਲੇ ਤੋਂ ਹੋਣਗੀਆਂ, ਅਸੀਂ ਉਹਨਾਂ ਥਾਟਸ ਨੂੰ ਲਗਾਤਾਰ ਜਿਹੜਾ ਹੈਗਾ ਮੈਨਿਊਰ ਕਰੀ ਜਾਵਾਂਗੇ, ਤੇ ਅਲਟੀਮੇਟਲੀ ਸੱਚ ਤੋਂ ਵਿਜੋਗ ਪੈਣ ਕਰਕੇ ਬੇਅਸੂਲੀ ਜੀਵਨ ਜਿੰਦਿਆਂ ਹੋਇਆਂ ਹਾਲਤ ਇਹ ਬਣੇਗੀ, ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ, ਖਿਨ ਮੈਂ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ, ਖਿਨ ਮੈਂ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ। ਇਹਨੂੰ ਹੋਰ ਲੈਵਲ ਤੇ ਲਿਆ ਜਾਏ ਕਿ ਅਸੀਂ ਸਾਰਿਆਂ ਨੇ ਕੋਹੇ ਨੂਰ ਹੀਰੇ ਬਾਰੇ ਸਾਰਿਆਂ ਨੇ ਜਾਣਿਆ ਹੈਗਾ। ਲਾਸਟ ਟਾਈਮ ਉਹ ਕੋਹੇ ਨੂਰ ਹੀਰਾ ਮਹਾਰਾਜਾ ਰਣਜੀਤ ਸਿੰਘ ਕੋਲ ਰਿਹਾ, ਤੇ ਉੱਥੋਂ ਦਲੀਪ ਸਿੰਘ, ਤੇ ਦਲੀਪ ਸਿੰਘ ਤੋਂ ਫਿਰ ਰਾਣੀ ਕੋਲ ਪਹੁੰਚਿਆ। ਜੇ ਤੁਸੀਂ ਉਹਦੀ ਪਿੱਛੇ ਹਿਸਟਰੀ ਨੂੰ ਦੇਖੋਗੇ ਤੇ ਹਿਸਟਰੀ 'ਚੋਂ ਪਤਾ ਇਹ ਲੱਗਦਾ ਹੈ ਕਿ ਜਿਹੜਾ ਹੈਦਰਾਬਾਦ ਦਾ ਨਿਜ਼ਾਮ ਸੀਗਾ,
ਇਹਦੀਆਂ ਜਿਹੜੀਆਂ ਖਾਨਾਂ ਸੀਗੀਆਂ ਇਹਦੇ ਵਿੱਚੋਂ ਲੱਭਾ ਸੀਗਾ। ਇਸ ਤੋਂ ਬਾਅਦ ਇਹ ਮੁਗਲ ਐम्पायर ਦੇ ਜਿਹੜੇ ਮੁਗਲ ਐम्पायर ਸੀਗੇ ਉਹਨਾਂ ਕੋਲ ਆ ਗਿਆ। ਇਹਨਾਂ ਤੋਂ ਬਹਾਦਰ ਸ਼ਾਹ ਰੰਗੀਲਾ ਜਿਸ ਸਮੇਂ ਦੇ ਵਿੱਚ ਪਲਾਸੀ ਦੀ ਲੜਾਈ ਹੁੰਦੀ ਤਾਂ ਅੰਗਰੇਜ਼ ਕਾਬਜ ਹੁੰਦੇ ਸਾਰੇ, ਤੁਸੀਂ ਹਿਸਟਰੀ ਪੜ੍ਹੀ ਹੋਈ ਸ਼ਾਇਦ ਉਸ ਰੂਪ ਦੇ ਵਿੱਚ। ਇਹ ਬੜਾ ਮਤਲਬ ਵਾਕਿਆ 'ਚ ਹੀ ਰੰਗ ਰਲੀਆਂ ਮਾਨਣ ਵਾਲਾ ਬਾਦਸ਼ਾਹ ਸੀਗਾ। ਨਾਦਰ ਸ਼ਾਹ ਦੁਰਾਨੀ ਹਮਲਾ ਕਰਦਾ 1739 ਦੇ ਵਿੱਚ। ਇਹ ਦਿੱਲੀ 'ਚ ਬੜੀ ਲੁੱਟ ਕਰਦਾ, ਬੜਾ ਕਤਲੇਆਮ ਕਰਦਾ, ਬੜਾ ਬੰਦਾ ਕਤਲ ਕੀਤਾ ਇਸਨੇ, ਸਾਰਾ ਖਜ਼ਾਨਾ ਲੁੱਟ ਲਿਆ, ਸਭ ਕੁਝ ਕਰ ਲਿਆ। ਅਖੀਰ ਗੱਲ ਹੋਈ ਵੀ ਕੋਹਿਨੂਰ ਹੀਰਾ ਲੱਭ ਰਿਹਾ, ਕੋਹਿਨੂਰ ਹੀਰਾ ਨਹੀਂ ਮਿਲ ਰਿਹਾ। ਅਖੀਰ ਇਹਨੇ ਆਪਣੀ ਸ਼ਮਸ਼ੀਰ ਜਿਹੜੀ ਆਪਣੀ ਤਲਵਾਰ ਆ ਉਹ ਮਿਆਨ ਤੋਂ ਬਾਹਰ ਕੱਢ ਕੇ ਬਾਹਰ ਸਿੰਘਾਸਣ ਤੇ ਰੱਖ ਦਿੱਤੀ ਤੇ ਸਿਪਾਹੀਆਂ ਨੂੰ ਕਿਹਾ ਵੀ ਮੈਨੂੰ ਕੁਝ ਵੀ ਪੁੱਛਣ ਦੀ ਲੋੜ ਨਹੀਂਗੀ, ਜੋ ਤੁਹਾਡਾ ਮਨ ਆਉਂਦਾ ਕਰੋ, ਦਰਬਾਰ ਨਾਲ, ਦਰਬਾਰੀਆਂ ਨਾਲ, ਆਲੇ ਦੁਆਲੇ ਜਿਹੜਾ ਸਾਰਾ ਐਲੀਟ ਕਹਿ ਲਓ, ਹਰ ਤਰ੍ਹਾਂ ਜੋ ਤੁਹਾਨੂੰ ਮਨ ਆਉਂਦਾ ਬੇਪਤੀ ਕਰੋ, ਲੁੱਟੋ, ਮਾਰੋ, ਖੋਜੋ। ਉਨੀ ਦੇਰ ਤੱਕ ਇਹ ਤਲਵਾਰ ਵਾਪਸ ਮਿਆਨ 'ਚ ਨਹੀਂ ਪਏਗੀ ਜਿੰਨੀ ਦੇਰ ਤੱਕ ਮੈਨੂੰ ਕੋਹਿਨੂਰ ਨਹੀਂ ਮਿਲ ਜਾਂਦਾ। ਬਹਾਦਰ ਸ਼ਾਹ ਰੰਗੀਲਾ ਸਾਹਮਣੇ ਬੈਠਾ ਸੀ, ਉਹ ਕਹਿੰਦਾ ਮੈਨੂੰ ਤਾਂ ਪਤਾ ਨਹੀਂ, ਮੈਂ ਕਿਹੜਾ ਸੰਭਾਲਦਾ ਖਜ਼ਾਨੇ, ਤੇ ਨੌਕਰ ਚਾਕਰਾਂ ਨੂੰ ਪੁੱਛੋ, ਆਲੇ ਦੁਆਲੇ ਨੂੰ ਪੁੱਛੋ, ਆਪਣਾ ਤਾਂ ਇਸ ਚੀਜ਼ ਦਾ ਕੋਈ ਇਨਵੋਲਵਮੈਂਟ ਹੀ ਨਹੀਂ ਹੈਗੀ। ਠੀਕ ਹੈ ਜੀ, ਲੋਕ ਮਰ ਰਹੇ, ਕਤਲ ਹੋ ਰਹੇ, ਸਭ ਹੂ ਕੇਅਰ, ਉਹਨੂੰ ਕੀ, ਮਰਦੇ ਨੇ ਲੋਕ ਮਰ ਜਾਣ। ਹਾਲਤ ਇਹ ਬਣੀ, ਵਜ਼ੀਰ ਸੀਗਾ ਸਿਆਣਾ, ਉਹਨੇ ਕਿਹਾ ਲੋਕਾਂ ਨੂੰ ਕੌਣ ਬਚਾਏਗਾ। ਉਹਨੇ ਕਿਸੇ ਤਰੀਕੇ ਦੇ ਨਾਲ ਛੋਟੀ ਜਿਹੀ ਇੱਕ ਗੱਲ ਨਾਦਰ ਸ਼ਾਹ ਦੁਰਾਨੀ ਦੇ ਕੰਨ ਤੱਕ ਪਹੁੰਚਾਈ। ਉਹ ਕਹਿੰਦਾ ਤੈਨੂੰ ਹੀਰਾ ਚਾਹੀਦਾ, ਮਿਲ ਜਾਏਗਾ, ਤੂੰ ਨਾ ਬਹਾਦਰ ਸ਼ਾਹ ਦਾ ਪੱਗਵੱਟ ਭਰਾ ਬਣ ਜਾ। ਹੁਣ ਨਾਦਰ ਸ਼ਾਹ ਇੰਨਾ ਕਮਲਾ ਤੇ ਹੈ ਨਹੀਂ ਸੀਗਾ। ਜਦੋਂ ਨੇ ਦੇਖਿਆ ਇਹ ਵੀ ਜਿਹੜਾ ਬਹਾਦਰ ਸ਼ਾਹ ਰੰਗੀਲਾ ਹੈ ਉਹ ਵਾਰ-ਵਾਰ ਪੱਗ ਤੇ ਹੱਥ ਮਾਰਦਾ ਇਸ ਤਰੀਕੇ ਦੇ ਨਾਲ, ਉਹ ਸਮਝ ਗਿਆ। ਉਹਨੇ ਆਪਣੀ ਪੱਗ ਉਤਾਰੀ, ਥੱਲੇ ਰੱਖੀ, ਬਹਾਦਰ ਸ਼ਾਹ ਦੀ ਪੱਗ ਚੱਕੀ, ਆਪਣੇ ਸਿਰ ਤੇ ਰੱਖੀ, ਆਪਣੀ ਪੱਗ ਉਹਦੇ ਸਿਰ ਤੇ, ਕਹਿੰਦਾ ਆਪਾਂ ਪੱਗਵੱਟ ਭਰਾ ਬਣ ਗਏ। ਜਿਹੜੀ ਕਿਰਪਾਨ ਤਲਵਾਰ ਜਿਹੜੀ ਵਾਪਸ ਮਿਆਨ 'ਚ ਪਾਈ, ਸਿਪਾਹੀਆਂ ਨੂੰ ਕਹਿੰਦਾ ਬਸ। ਉਸੇ ਵਕਤ ਮਹਿਫਲ ਤੋਂ ਉੱਠ ਕੇ ਅੰਦਰ ਗਿਆ, ਜਾ ਕੇ ਉਹਨੇ ਪੱਗ ਖੋਲੀ, ਵਿੱਚੋਂ ਹੀਰਾ ਸੀਗਾ, ਬੜਾ ਖੁਸ਼ ਹੋਇਆ, ਵਾਹ। ਉਹ ਹੀਰਾ ਲੈ ਕੇ ਵਾਪਸ ਪਹੁੰਚਿਆ, ਇੰਨੇ ਮਾਵਾਂ ਦੇ ਪੁੱਤ ਇਤਨਾ ਕਤਲੇਆਮ ਕਰਕੇ ਖੁਸ਼, ਬੜਾ ਵਾਹ ਵਾਹ, ਮੈਂ ਹੀਰਾ ਲੱਭ ਲਿਆ, ਮੈਂ ਆਪਣੀ ਮਰਜ਼ੀ ਕਰ ਲਈ। ਉਹ ਹੀਰਾ ਲਿਜਾ ਕੇ ਆਪਣੇ ਸਭ ਤੋਂ ਲਾਡਲੇ ਸ਼ਹਿਜ਼ਾਦੇ ਦੀ ਪੱਗ ਤੇ ਸਜਾਉਣ ਲੱਗਾ। ਉਹਨੂੰ ਜਾ ਕੇ ਗੱਦੀ ਆਸੀਨ ਕਰਨ ਲੱਗਾ, ਉਹਨੂੰ ਕਹਿਣ ਲੱਗਾ ਵੀ ਹੁਣ ਮੇਰੇ ਤੋਂ ਬਾਅਦ ਸ਼ਹਿਜ਼ਾਦੇ ਤੋਂ ਬਾਦਸ਼ਾਹ ਤੂੰ ਬਣੇਗਾ। ਨਾਲ ਹੀ ਉਹਦਾ ਦੂਜਾ ਭਰਾ ਸੀਗਾ, ਮਤਲਬ ਕਹਿ ਲਓ ਕਿ ਮਤਰੇਆ ਭਰਾ, ਤੇ ਉਹਦਾ ਸਟੈਪ ਬ੍ਰਦਰ, ਉਹਨੂੰ ਲੱਗਾ ਗੱਦੀ ਇਹਨੂੰ ਮਿਲ ਗਈ, ਮੈਨੂੰ ਕੀ ਮਿਲੇਗਾ। ਤੋੜੇ ਵਾਲੀ ਬੰਦੂਕ ਸੀ, ਨਾਲ ਹੀ ਉਹਦੀ ਪੱਖੀ 'ਚ ਰੱਖ ਕੇ ਖੋਲਤੀ ਉਹਨੇ, ਉੱਥੇ ਹੀ ਮਾਰਦਾ। ਉਹ ਕਹਿੰਦਾ ਹੀਰਾ ਹੀ ਅਸਲ ਦੇ ਵਿੱਚ ਜਿਹੜਾ ਆ ਇਹ ਬਿਲਕੁਲ ਨੇਸਤੀ ਹੈ, ਬਿਲਕੁਲ ਜਿਹੜਾ ਹੈਗਾ ਉਸ ਰੂਪ ਦੇ ਵਿੱਚ ਕਲਾ ਦਾ ਜਾੜਿਆ, ਮੈਂ ਰੱਖਣਾ ਹੀ ਨਹੀਂਗਾ। ਉਹਨੇ ਚੱਕ ਕੇ ਹੀਰਾ ਉਸੇ ਸ਼ਹਿਜ਼ਾਦੇ ਦੀ ਕਬਰ ਦੇ ਨਾਲ ਦੱਬਦਾ। ਹੁਣ ਦੱਸੋ ਇੰਨੇ ਕੀਮਤੀ ਹੀਰੇ ਨੂੰ ਕੌਣ ਛੱਡੇਗਾ। ਰਾਤ ਨੂੰ ਹੀ ਕਬਰ ਪੱਟ ਲਈ, ਹੀਰਾ ਕੱਢ ਲਿਆ, ਮੁੜ ਕੇ ਫਿਰ ਦੁਬਾਰਾ ਫਿਰ ਉਹ ਕਰਦਿਆਂ ਆਖਰਕਾਰ ਕਾਬਲ ਦਰਬਾਰ ਕੋਲ ਆ ਗਿਆ। ਉੱਥੋਂ ਫਿਰ ਅਬਦਾਲੀ ਦੇ ਪੋਤਰੇ ਤੋਂ ਹੁੰਦਾ ਹੋਇਆ ਮਹਾਰਾਜਾ ਰਣਜੀਤ ਸਿੰਘ ਕੋਲ ਪਹੁੰਚਿਆ। ਖੈਰ ਜਿਹੜੀ ਬੇਨਤੀ ਮੈਂ ਕਰ ਰਿਹਾ ਸੀਗਾ, ਖਿੰਨ ਮੈਂ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ। ਜੇ ਬੰਦਾ ਮਾਇਆਵੀ ਦੁਨੀਆ ਨੂੰ ਬੜੀ ਪ੍ਰਾਪਤੀ ਸਮਝਦਾ ਨਾ, ਤੇ ਹਕੀਕਤ ਇਹ ਹੈ ਮਦਰ ਨੇਚਰ ਦਾ ਮਾੜਾ ਜਿਹਾ ਲਾ ਬਦਲੇ ਨਾ ਉੱਤੇ ਥੱਲੇ ਹੋਏ, ਸਭ ਕੁਝ ਹੀ ਕੌੜਾ ਜ਼ਹਿਰ ਹੋ ਜਾਂਦਾ। ਹੀਰੇ ਵੀ ਜਿਹੜੇ ਨੇ ਉਹਨਾਂ ਤੋਂ ਵੀ ਨਫ਼ਰਤ ਹੋ ਜਾਂਦੀ ਜੇ ਬੰਦਾ ਅਸੂਲਾਂ ਨੂੰ ਸਹੀ ਰੂਪ ਵਿੱਚ ਨਾ ਸਮਝੇ। ਬਾਕੀ ਨਾ ਕੋਈ ਪਦਾਰਥ ਸਵਾਦ ਹੈ, ਨਾ ਕੋਈ ਪਦਾਰਥ ਫਿੱਕਾ, ਨਾ ਕੋਈ ਮਿੱਠਾ, ਨਾ ਕੋਈ ਕੌੜਾ। ਇਹ ਤੇ ਹੈ ਸਾਡੇ ਵਰਤਨ ਦੇ ਉੱਤੇ ਹੈ। ਤੁਸੀਂ ਰੱਬ ਦਾ ਹੁਕਮ ਸਮਝ ਕੇ ਸੰਸਾਰ ਵਿੱਚ ਜੀਓਗੇ, ਸੰਸਾਰ ਭਲਾ ਆ। ਤੁਸੀਂ ਰੱਬ ਦੇ ਹੁਕਮ ਤੋਂ ਟੁੱਟ ਕੇ ਜਾਓਗੇ, ਸੰਸਾਰ ਨਰਕ ਦਾ ਦੁਆਰ ਆ। ਸਮਾਂ ਸਮਾਪਤ ਹੈ, ਵੀ ਹੈਵ ਟੂ ਲੀਵ ਹੇਅਰ। ਗੁਰੂ ਮਹਾਰਾਜ ਬਖਸ਼ਿਸ਼ ਕਰਨ ਇਹਨਾਂ ਉਪਦੇਸ਼ਾਂ ਦੇ ਵਿੱਚੋਂ ਸਾਨੂੰ ਜਿਹੜਾ ਹੈਗਾ ਸੱਚ ਦਾ ਰਾਹ ਮਿਲੇ। ਅਸੀਂ ਜਿਹੜੇ ਕਰਮ ਕਮਾਉਣੇ ਨੇ ਉਹ ਰੱਬ ਦੇ ਭੈ ਵਿੱਚ ਰਹਿ ਕੇ ਕਮਾਈਏ, ਉਹਦੀ ਯਾਦ ਵਿੱਚ ਕਮਾਈਏ। ਕਿਰਸਾਨੀ ਸੰਘਰਸ਼ ਨਾਲ ਜੂਝ ਰਹੇ ਮਾਈ ਭਾਈ ਦੀ ਸਫਲਤਾ ਦੀ ਅਰਦਾਸ ਦੇ ਨਾਲ ਹੀ ਸਮਾਪਨ ਹੈ। ਕਹਿ ਦੇਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ